मतलब ਤੈਨੂੰ ਕੁਛ ਜੇ ਤੂੰ ਸਪੋਰਟਸ ਕਰਨੀ ਹੈ ਤਾਂ ਇੱਦਾਂ ਦੀ ਕਰੀ ਕਿ ਸਾਨੂੰ ਕੱਲ੍ਹ ਨੂੰ ਕੋਈ ਨਾ ਕਹੇ ਤੁਹਾਡਾ ਮੁੰਡਾ ਹਾਕੀ ਖੇਡਿਆ ਆ ਕਿੱਦਾਂ ਖੇਡਿਆ, ਵੀ ਜਿੰਨੀ ਖੇਡਣੀ ਆਪਣੇ ਪੱਟਾਂ ਦੇ ਸਿਰ 'ਤੇ ਖੇਡਣੀ ਆ। ਬਰੋਕਲੀ ਖਾਂਦੇ ਆ, ਬਰੋਕਲੀ ਮੈਨ ਮੇਡ ਆ। ਜੇ ਅਸੀਂ ਗੋਭੀ ਖਾਂਦੇ ਹਾਂ ਸਾਨੂੰ ਤਾਂ ਜ਼ਿਆਦਾ ਫਾਇਦਾ। ਸਾਡੇ ਕਈ ਮੁੰਡੇ ਹੈਗੇ ਜੀ ਉਹ ਪੀਨਟ ਬਟਰ ਲਿਆ ਕੇ ਖਾਣਗੇ, ਬਿਲਕੁਲ ਠੀਕ ਹੈ ਜੀ। ਉਹ ਮੇਰੇ ਖਿਆਲ 250 ਰੁਪਏ ਦੀ ਡੱਬੀ ਆਉਂਦੀ ਆ, ਉਹ ਤੋਂ ਹਫ਼ਤਾ ਵੀ ਨਹੀਂ ਚੱਲਦੀ। ਅਤੇ ਜੇ ਤੁਸੀਂ ਉਹ 250 ਦੀ ਮੂੰਗਫਲੀ ਲਿਆ ਕੇ ਖਾ ਲਓ, ਉਹ ਨਹੀਂ ਆਪਾਂ ਖਾਣੀ ਕਿਉਂਕਿ ਉਹ ਦੇਸੀ ਆ। ਸਕੂਲ 'ਚ ਜਾਂਦੇ ਸਾਰੀ ਟੀਮ ਦੇ ਵਿੱਚ ਪਲੇਇੰਗ ਆ ਕੇ 5th ਕਲਾਸ ਦੇ ਵਿੱਚ ਮੈਂ ਪਹਿਲਾਂ ਟੂਰਨਾਮੈਂਟ ਖੇਡਿਆ ਸੀਗਾ ਜੀ, ਅਤੇ ਮੇਰੇ ਸਕੋਰਸ ਵਧੀਆ ਰਹੇ ਸੀਗੇ ਉੱਥੇ। ਅਤੇ ਉੱਥੋਂ ਬਸ ਫਿਰ ਲੱਗਿਆ ਕਿ ਨਹੀਂ ਇਹ ਚੀਜ਼ ਦੇ ਵਿੱਚ ਵੀ ਮੈਨੂੰ ਗੋਡ ਗਿਫਟਡ ਆ, ਮੈਂ ਇਹਦੇ ਵਿੱਚ ਕਿ ਮੈਨੂੰ ਬਲੱਡ ਦੇ ਵਿੱਚ ਹੀ ਚੀਜ਼ ਮਿਲੀ ਆ। ਸੋ ਫਿਰ ਇਹੀ ਫੀਲਡ ਚੁਣ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ V24। ਮੈਂ ਦਵਿੰਦਰ ਮੰਡ ਅਤੇ ਪੇਸ਼ ਹੈ ਪ੍ਰੋਗਰਾਮ ਮੇਰੀ ਕਹਾਣੀ ਮੇਰੀ ਜ਼ੁਬਾਨੀ। ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਅੱਜ ਅਸੀਂ ਸਟੂਡੀਓ ਤੋਂ ਬਾਹਰ ਬੈਠੇ ਹਾਂ ਅਤੇ ਇੱਕ ਗੈਸਟ ਦੇ ਘਰ ਆਏ ਹੋਏ ਹਾਂ। ਖਾਸ ਤੌਰ 'ਤੇ ਪਿੰਡ ਖੁਸਰੋਪੁਰ, ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਹੈ ਇਹ। ਇਸ ਪਿੰਡ ਦੇ ਨਾਲ ਹੀ ਨਾਲ ਇੱਕ ਪਿੰਡ ਹੈ ਜੀ ਸੰਸਾਰਪੁਰ, ਸਾਰਿਆਂ ਨੂੰ ਪਤਾ ਹੋਊਗਾ। ਸੰਸਾਰਪੁਰ ਔਰ ਖੁਸਰੋਪੁਰ ਇਹ ਦੋਨੇ ਐਸੇ ਪਿੰਡ ਨੇ ਜਿਹੜੇ ਕਿ ਹਾਕੀ ਦੇ ਨਾਮ ਨਾਲ ਜਾਣੇ ਜਾਂਦੇ ਨੇ। ਇੱਕ ਕਹਾਵਤ ਵੀ ਹੈ ਜੋ ਕਿ ਸੱਚੀ ਹੈ ਕਿ ਇਸ ਪਿੰਡ ਵਿੱਚ ਜਦੋਂ ਵੀ ਕੋਈ ਮੁੰਡਾ ਜਨਮ ਲੈਂਦਾ ਹੈ ਤਾਂ ਉਹਨੂੰ ਜਿਹੜੀ ਗੁੜਤੀ ਹੈ ਉਹ ਹਾਕੀ ਦੀ ਮਿਲਦੀ ਹੈ। ਅਤੇ ਅੱਜ ਜਿਹੜੇ ਸਾਡੇ ਨਾਲ ਸਾਡੇ ਗੈਸਟ ਮੌਜੂਦ ਨੇ ਉਹਨਾਂ ਦਾ ਨਾਮ ਹਾਕੀ ਦੇ ਫੀਲਡ ਵਿੱਚ ਸੁਮਿਤ ਸਿੰਘ ਹੈ ਅਰੇ, ਔਰ ਇਸ ਦੇ ਨਾਲ ਨਾਲ ਹੀ ਉਹ ਫਿਲਮਾਂ ਦੇ ਵਿੱਚ ਵੀ ਕੰਮ ਕਰਦੇ ਨੇ। ਫਿਲਮਾਂ 'ਚ ਨਾਮ ਉਹਨਾਂ ਦਾ ਰਾਏ ਸਿੰਘ ਹੈ ਅਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਤੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ? ਬਸ ਵਧੀਆ ਵੀਰੇ। ਵਧੀਆ ਤਾਂ ਦੇਖ ਕੇ ਲੱਗ ਰਿਹਾ, ਵੈਸੇ ਉੱਚੇ ਲੰਬੇ ਕੱਦ ਕੱਟ ਵਧੀਆ, ਬੋਡੀ ਘੈਂਟ ਆ। ਪਰ ਮੈਨੂੰ ਜਦੋਂ ਆਪਾਂ ਪਹਿਲੀ ਵਾਰ ਮਿਲੇ ਮੈਨੂੰ ਐਂ ਲੱਗਾ ਕਿ ਤੁਸੀਂ ਕਬੱਡੀ ਖੇਡਦੇ ਹੋ, ਅਤੇ ਬਾਅਦ ਵਿੱਚ ਤੁਸੀਂ ਜਦੋਂ ਤੁਸੀਂ ਦੱਸਿਆ ਕਿ ਨਹੀਂ ਮੈਂ ਹਾਕੀ ਖੇਡਦਾ ਹਾਂ। ਹਾਕੀ ਦੇ ਫੀਲਡ ਵਿੱਚ ਮੈਂ ਦੇਖਿਆ ਕਿ ਪਲੇਅਰ ਬਹੁਤ ਪਤਲੇ ਹੁੰਦੇ ਆ, ਜਿੰਨਾ ਕਿ ਮੈਂ ਦੇਖਿਆ, ਪਰ ਐਨ ਘੈਂਟ ਲੁੱਕ, ਮਾਡਲਾਂ ਵਾਲੀ ਲੁੱਕ ਆ, ਕਿਉਂਕਿ ਉਹ ਚਾਹੀਦੀ ਵੀ ਆ ਫਿਲਮਾਂ ਦੇ ਵਿੱਚ, ਫੀਲਡ ਦੇ ਵਿੱਚ ਵੀ ਆ। ਅਤੇ ਹਾਕੀ ਤੋਂ ਫਿਲਮਾਂ ਵਿੱਚ ਕਿਵੇਂ ਆਏ, ਸਾਰੀਆਂ ਸਫ਼ਰ ਦੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਹਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਬਾਈ ਜੀ ਜਿਹੜਾ ਬਚਪਨ ਸੀ, ਬਚਪਨ ਵਿੱਚ ਜਦੋਂ ਤੁਸੀਂ ਦੱਸਿਆ ਕਿ ਸਾਡੇ ਪਰਿਵਾਰ ਤੋਂ ਹਾਕੀ ਚੱਲੀ ਆ ਰਹੀ ਆ, ਦਾਦਾ ਜੀ, ਫਿਰ ਡੈਡੀ ਜੀ, ਫਿਰ ਚਾਚਾ ਜੀ, ਫਿਰ ਹੁਣ ਤੁਸੀਂ, ਅਤੇ ਹਾਕੀ ਦਾ ਕੀ ਬਚਪਨ ਤੋਂ ਲਗਾਵ ਸੀ ਜਾਂ ਕੁਛ ਹੋਰ ਬਣਨਾ ਚਾਹੁੰਦੇ ਸੀ? ਨਹੀਂ, ਸ਼ੁਰੂ ਤੋਂ ਹਾਕੀ ਦਾ ਲਗਾਵ ਸੀਗਾ, ਕਿਉਂਕਿ ਬਚਪਨ ਛੋਟੇ ਹੁੰਦੇ ਆ ਸਾਡੇ ਡੈਡੀ, ਤਾਇਆ ਜੀ, ਚਾਚਾ ਜੀ, ਮੇਰਾ ਵੱਡਾ ਭਰਾ ਹੁਣ ਅਮਰੀਕਾ ਆ ਜੀ, ਸਾਰੇ ਹਾਕੀ ਖੇਡਦੇ ਸੀਗੇ। ਅਤੇ ਸਾਡੇ ਤੋਂ ਪਿੰਡ 'ਚ ਇਹ ਹੁੰਦਾ ਸੀਗਾ ਕਿ ਜੇ ਮੁੰਡਾ ਤਾਂ ਹਾਕੀ ਖੇਡਣੀ ਜ਼ਰੂਰੀ ਆ। ਅਤੇ ਸਾਨੂੰ ਵੀ ਕਈ ਵਾਰੀ ਸੁਣਨ ਨੂੰ ਮਿਲਿਆ ਸੀਗਾ ਜੇ ਤਾਂ ਹਾਕੀ ਖੇਡਣੀ ਆ ਤਾਂ ਬੰਦਿਆਂ ਨੂੰ ਖੇਡੋ, ਨਹੀਂ ਘਰ ਜਾ ਕੇ ਰੋਟੀਆਂ ਪਾਉਣੀਆਂ ਸਿੱਖੋ, ਬੁੜੀਆਂ ਦੇ ਕੰਮ ਆਊਗਾ ਬਾਅਦ 'ਚ ਤੁਹਾਡਾ ਕੰਮ ਕੀਤਾ। ਅਤੇ ਇਸ ਕਰਕੇ ਹਾਕੀ ਦਾ ਸ਼ੌਂਕ ਸ਼ੁਰੂ ਤੋਂ ਸੀਗਾ ਸਾਨੂੰ। ਅਤੇ ਹਾਕੀ ਜਿਹੜੀ ਤੁਸੀਂ ਬਚਪਨ ਵਿੱਚ ਖੇਡਣੀ ਸ਼ੁਰੂ ਕਰ ਦਿੱਤੀ ਸੀ ਜਾਂ ਉਸ ਤੋਂ ਬਾਅਦ ਜਦੋਂ ਥੋੜ੍ਹੀ ਸੋਝੀ ਜਵਾਨ ਹੋਏ ਉਦੋਂ ਸ਼ੁਰੂ ਕੀਤੀ? ਨਹੀਂ, ਬਚਪਨ ਦੇ ਵਿੱਚ ਹਾਕੀ ਖੇਡਣੀ ਸ਼ੁਰੂ ਕਰਤੀ ਸੀਗੀ, ਕਿਉਂਕਿ ਸਵੇਰੇ ਸ਼ਾਮ ਟ੍ਰੇਨਿੰਗ ਹੁੰਦੀ ਸੀ ਡੈਡੀ ਉਹਨਾਂ ਦੀ। ਸਾਰਾ ਦਿਨ ਇਹਨੂੰ ਕੈਟ 'ਚ ਦੇਖਦੇ ਹੁੰਦੇ ਸੀਗੇ ਚਾਚਾ ਉਹਨਾਂ ਨੂੰ। ਫਿਰ ਸਾਡੇ ਫਸਟ ਹੀਰੋ ਇਹੀ ਆ, ਅਤੇ ਇਹਨਾਂ ਨਾਲ ਦੇਖ ਹੀ ਸਾਨੂੰ ਹਾਕੀ ਦਾ ਸ਼ੌਂਕ ਪੈ ਗਿਆ ਸੀਗਾ ਜੀ। ਅੱਜ ਕੱਲ੍ਹ ਕੀ ਆ ਕਿ ਜਿੱਦਾਂ ਹੁਣ ਨਵੀਂ ਪੀੜ੍ਹੀ ਦੀ ਗੱਲ ਕਰੀਏ ਕਿ ਜਿਹੜਾ ਜੱਦੀ ਪੁਸ਼ਤੀ ਕੰਮ ਤੁਰਿਆ ਆ ਰਿਹਾ ਆ, ਜ਼ਰੂਰੀ ਨਹੀਂ ਕਿ ਨੌਜਵਾਨ ਕਹਿੰਦੇ ਉਹ ਨਹੀਂ ਕਰਨਾ, ਤੁਸੀਂ ਕੁਝ ਹੋਰ ਵੀ ਕਰ ਸਕਦੇ ਹੋ। ਤੁਹਾਡੇ ਕੋਲ ਸਿਰਫ ਇੱਕ ਆਪਸ਼ਨ ਸੀ ਹਾਕੀ ਦੀ, ਅਤੇ ਇਸ ਤੋਂ ਇਲਾਵਾ ਕੋਈ ਦੂਸਰੀ ਆਪਸ਼ਨ ਵੀ ਸੀਗੇ ਤੁਸੀਂ ਕੁਝ ਹੋਰ ਕਰ ਸਕਦੇ ਹੋ? ਨਹੀਂ, ਆਪਸ਼ਨ ਸੀਗੀਆਂ, ਬਟ ਸਾਨੂੰ ਹਾਕੀ ਖੇਡਣੀ ਜ਼ਿਆਦਾ ਚੰਗਾ ਲੱਗਦਾ ਸੀਗਾ, ਕਿਉਂਕਿ ਅਸੀਂ ਪਿੰਡ 'ਚ ਰਹਿੰਦੇ ਹਾਂ, ਸੋ ਮੋਸਟਲੀ ਸਾਰਾ ਪਿੰਡ ਹੀ ਹਾਕੀ ਦੇ ਨਾਲ ਰਿਲੇਟਡ ਆ। ਅਤੇ ਸਾਡੇ ਪਿੰਡ ਦੇ ਵਿੱਚ ਓਲੰਪਿਕ ਦੇ ਵੀ ਮੈਡਲਸ ਹੈਗੇ ਆ, ਵਰਲਡ ਕੱਪ ਦੇ ਵੀ ਹੈਗੇ ਆ। ਅਤੇ ਸਾਡੇ ਲਈ ਇਹੀ ਹੀਰੋ ਸੀਗੇ। ਸਾਨੂੰ ਲੱਗਦਾ ਸੀਗਾ ਕਿ ਜੇ ਅਸੀਂ ਇਸ ਫੀਲਡ 'ਚ ਆਪਣੀ ਪਹਿਚਾਣ ਬਣਾਉਂਦੇ ਹਾਂ ਤਾਂ ਸਾਡੇ ਲਈ ਜ਼ਿਆਦਾ ਚੰਗਾ ਆ ਜੀ। ਅਤੇ ਇਸ ਤੋਂ ਇਲਾਵਾ ਕਦੀ ਹੋਰ ਸੋਚਿਆ ਨਹੀਂ ਕਿ ਹੋਰ ਪਾਸੇ ਜਾਣਾ? ਨਹੀਂ, ਪਹਿਲੋਂ ਤਾਂ ਕਦੀ ਵੀ ਨਹੀਂ ਸੋਚਿਆ ਸੀਗਾ। ਸ਼ੁਰੂ ਤੋਂ ਇਹੀ ਸੀਗਾ ਕਿ ਹਾਕੀ ਖੇਡਣੀ ਆ, ਅਤੇ ਹੋਰ ਕੋਈ ਦੂਜੇ ਕੰਮ ਬਾਰੇ ਨਹੀਂ ਸੋਚਿਆ ਸੀਗਾ। ਨਹੀਂ ਸੋਚਿਆ? ਨਹੀਂ, ਜੱਟ ਫੈਮਿਲੀ ਤੋਂ ਖੇਤੀ ਤਾਂ ਨਾਲ ਦੀ ਨਾਲ ਚੱਲਣੀ ਆ ਜੀ। ਅਤੇ ਬਸ ਇਹ ਸੀਗਾ ਵੀ ਜੇ ਹਾਕੀ ਖੇਡਦੇ ਹਾਂ ਤਾਂ ਸਾਡੇ ਲਈ ਉਹ ਜ਼ਿਆਦਾ ਵਧੀਆ, ਸਾਨੂੰ ਖੂਨ 'ਚ ਮਿਲੀ ਆ ਹਾਕੀ, ਸਾਨੂੰ ਖੂਨ 'ਚ ਮਿਲੀ ਹੋਈ ਆ। ਜਦੋਂ ਮੈਂ ਪਹਿਲਾਂ ਗੱਲ ਕੀਤੀ ਕਿ ਇੱਕ ਕਹਾਵਤ ਜੁੜੀ ਹੋਈ ਆ ਖੁਸਰੋਪੁਰ ਅਤੇ ਸੰਸਾਰਪੁਰ ਦੇ ਨਾਲ ਕਿ ਜੇ ਕੋਈ ਮੁੰਡਾ ਹੋਇਆ ਆ ਤਾਂ ਉਹਨੂੰ ਗੁੜਤੀ ਜਿਹੜੀ ਹਾਕੀ ਦੀ ਦਿੱਤੀ ਜਾਏਗੀ, ਇਹ ਕਿੰਨਾ ਕੁ ਸੱਚ ਹੈ? ਇਹ ਗੱਲ ਬਿਲਕੁਲ ਸੱਚ ਹੈ ਜੀ। ਹੁਣ ਨਵੀਂ ਜਨਰੇਸ਼ਨ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਇਹ ਸਾਤੋਂ ਜਿਹੜੀ ਅਗਲੀ ਜਨਰੇਸ਼ਨ ਆ ਉਹਦੇ ਵਿੱਚ ਆ ਕੇ ਸ਼ੌਂਕ ਥੋੜ੍ਹਾ ਘੱਟ ਗਿਆ, ਕਿਉਂਕਿ ਮੋਸਟਲੀ ਸਾਡੇ ਪਿੰਡਾਂ ਦੇ ਬਾਹਰ ਚਲੇ ਗਏ ਆ। ਪਰ ਕੈਨੇਡਾ ਦੇ ਵਿੱਚ ਮੇਰਾ ਕਜ਼ਨ ਹਜੇ ਵੀ ਖੇਡਦਾ ਹਾਕੀ, ਉਹ ਕੈਨੇਡੀਅਨ ਅੰਡਰ-16 ਲਈ ਖੇਡਿਆ ਹੋਇਆ ਹੈ। ਹਾਂਜੀ, ਉਹਨੇ ਹਾਕੀ ਉੱਥੇ ਜਾ ਕੇ ਵੀ ਨਹੀਂ ਛੱਡੀ। ਅਤੇ ਸਾਡੇ ਮਤਲਬ ਖੂਨ ਦੇ ਵਿੱਚ ਇਹੀ ਆ ਪਿੰਡਾਂ ਦੇ ਵਿੱਚ ਕਿ ਜਿਹੜੀ ਪਹਿਲੀ ਜਨਰੇਸ਼ਨ ਸਾਰੀ ਹਾਕੀ ਖੇਡਦੀ ਸੀ, ਚਾਹੇ ਥੋੜ੍ਹੀ ਖੇਡਣ ਚਾਹੇ ਜ਼ਿਆਦਾ ਖੇਡਣ, ਪਰ ਪਹਿਲੀ ਜਿਹੜੀ ਉਹਨਾਂ ਦੇ ਕੋਲ ਆਪਸ਼ਨ ਹੁੰਦੀ ਸੀਗੀ ਜਾਂ ਉਹ ਆਪਸ਼ਨ ਚੂਜ਼ ਕਰਦੇ ਸੀਗੇ ਉਹ ਸਪੋਰਟਸ ਹੀ ਕਰਦੇ ਸੀ ਜੀ। ਬਚਪਨ ਦੀ ਭਾਅ ਜੀ ਗੱਲ ਕਰੀਏ, ਬਚਪਨ ਕਿਵੇਂ ਦਾ ਰਿਹਾ ਆ? ਬਚਪਨ ਦੇ ਵਿੱਚ ਜਿੱਦਾਂ ਸ਼ਰਾਰਤਾਂ ਵੀ ਹੁੰਦੀਆਂ ਨੇ ਸਕੂਲ ਟਾਈਮ ਦੇ ਵਿੱਚ, ਅਤੇ ਕੀ ਹੁੰਦਾ ਕਿ ਕਈ ਨਿਆਣੇ ਬਚਪਨ ਵਿੱਚ ਜ਼ਿਆਦਾ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਕਿ ਨਹੀਂ ਅਸੀਂ ਆਹ ਕੰਮ ਨਹੀਂ ਆਹ ਕੰਮ ਕਰਨਾ ਆ, ਕਿ ਜਿੱਦਾਂ ਤੁਸੀਂ ਚਾਚਾ ਜੀ ਵੱਲ ਦੇਖਦੇ ਹੁੰਦੇ ਸੀਗੇ ਜਾਂ ਬਾਪੂ ਜੀ ਵੱਲ ਦੇਖਦੇ ਹੁੰਦੇ ਸੀਗੇ ਕਿ ਇਹ ਕੰਮ ਕਰਨਾ ਆ? ਸਾਡੀ ਸਾਰੀ ਫੈਮਿਲੀ ਹਾਕੀ ਖੇਡਦੀ ਸੀ। ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਆ, ਕੋਈ ਆਰਮੀ ਸੀਗਾ, ਕੋਈ BSF ਸੀਗਾ, ਕੋਈ JCT ਸੀਗਾ, ਕੋਈ ਰੇਲਵੇ ਸੀਗਾ।
ਤੇ ਇੱਕ ਚੀਜ਼ ਸਾਨੂੰ ਖੂਨ 'ਚ ਮਿਲੀ ਸੀ ਤੇ ਅਸੀਂ ਮਤਲਬ ਇਹ ਲੱਗਦਾ ਹੁੰਦਾ ਸੀ ਕਿ ਅਸੀਂ ਇਸ ਚੀਜ਼ 'ਚ ਚੰਗੇ ਹਾਂ। ਸਕੂਲ 'ਚ ਜਾਂਦੇ ਸਾਰੀ ਟੀਮ ਦੇ ਵਿੱਚ ਪਲੇਇੰਗ ਆ ਕੇ 5th ਕਲਾਸ ਦੇ ਵਿੱਚ ਮੈਂ ਪਹਿਲਾ ਟੂਰਨਾਮੈਂਟ ਖੇਡਿਆ ਸੀਗਾ ਜੀ, ਤੇ ਮੇਰੇ ਸਕੋਰਸ ਵਧੀਆ ਰਹੇ ਸੀਗੇ ਉੱਥੇ। ਤੇ ਉੱਥੋਂ ਬਸ ਫਿਰ ਲੱਗਿਆ ਕਿ ਨਹੀਂ ਇਹ ਚੀਜ਼ ਦੇ ਵਿੱਚ ਵੀ ਮੈਨੂੰ ਗੋਡ ਗਿਫਟਡ ਆ, ਮੈਂ ਇਹਦੇ ਵਿੱਚ ਕਿ ਮੈਨੂੰ ਬਲੱਡ ਦੇ ਵਿੱਚ ਇਹ ਚੀਜ਼ ਮਿਲੀ ਆ, ਸੋ ਫਿਰ ਇਹੀ ਫੀਲਡ ਚੁਣ ਲਈ ਜੀ। ਮਤਲਬ 5th ਕਲਾਸ ਤੋਂ ਹਾਕੀ ਸ਼ੁਰੂ ਕੀਤੀ ਆ ਤੇ ਉਸ ਤੋਂ ਬਾਅਦ ਲਗਾਤਾਰ ਖੇਡਦੇ ਰਹੇ ਹੋ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ +1 +2 ਦੇ ਵਿੱਚ, ਉਸ ਤੋਂ ਬਾਅਦ ਜਿਹੜੇ ਮੈਚ ਹੁੰਦੇ ਸੀ ਮੈਚਾਂ ਵਿੱਚ ਜਾਂਦੇ ਹੁੰਦੇ ਸੀ? ਹਾਂਜੀ, ਮੈਂ +2 ਦੇ ਵਿੱਚ ਖਾਲਸਾ ਕਾਲਜ ਚਲਾ ਗਿਆ ਸੀਗਾ ਜੀ, ਤੇ ਉੱਥੋਂ ਇੰਟਰ ਕਾਲਜ ਖੇਡਿਆ ਜੀ, ਤੇ ਯੂਨੀਵਰਸਿਟੀ ਖੇਡਿਆ, ਤੇ ਫਿਰ ਮੁੜ ਕੇ ਮੇਰੀ ਸਿਲੈਕਸ਼ਨ ਏਅਰ ਇੰਡੀਆ ਹੋ ਗਈ ਸੀ ਬੰਬੇ। ਮੈਂ +2 ਸੀਗਾ ਜਦੋਂ ਬੰਬੇ ਏਅਰ ਇੰਡੀਆ ਟੀਮ ਵੱਲੋਂ, ਫਿਰ ਅਸੀਂ ਸਿੰਗਾਪੁਰ ਖੇਡਣ ਗਿਆ ਸੀ। ਮੇਰਾ ਪਹਿਲਾ ਟੂਰ ਇੰਟਰਨੈਸ਼ਨਲ ਉਦੋਂ ਸੀਗਾ ਏਅਰ ਇੰਡੀਆ ਨੂੰ ਸਿੰਗਾਪੁਰ ਦਾ। ਉਦੋਂ ਕਿਹੜੀ ਕਲਾਸ ਵਿੱਚ ਸੀਗੇ ਜਾਂ ਕਿਹੜੀ ਉਮਰ ਦੇ ਵਿੱਚ ਸੀ ਜਦੋਂ ਸਭ ਤੋਂ ਪਹਿਲਾਂ ਪੰਜਾਬ ਤੋਂ ਬਾਹਰ ਹਾਕੀ ਖੇਡਣ ਗਏ? ਪੰਜਾਬ ਤੋਂ ਬਾਹਰ ਜਦੋਂ ਪਹਿਲਾਂ ਗਏ ਆ ਉਦੋਂ ਮੈਂ 13 ਸਾਲਾਂ ਦਾ ਸੀ। 13 ਸਾਲ ਦੀ ਉਮਰ ਦੇ ਵਿੱਚ? ਹਾਂਜੀ। ਤੇ ਮਤਲਬ 13 ਸਾਲ ਦੀ ਉਮਰ ਦੇ ਵਿੱਚ ਤੁਸੀਂ ਬਾਹਰਲਾ ਜਿਹੜਾ ਚੱਕਰ ਲਾ ਲਿਆ ਸੀਗਾ, ਤੇ ਪਰਿਵਾਰ ਵਿੱਚ ਕਿਹੋ ਜਿਹਾ ਮਾਹੌਲ ਸੀਗਾ ਕਿ ਤੁਸੀਂ ਪਹਿਲੀ ਵਾਰ ਪੰਜਾਬ ਤੋਂ ਬਾਹਰ ਖੇਡਣ ਜਾ ਰਹੇ ਹੋ? ਸਾਰਿਆਂ ਨੂੰ ਬਹੁਤ ਚਾਅ ਸੀਗਾ, ਤੇ ਸਭ ਤੋਂ ਵੱਧ ਚਾਅ ਸਾਡੀ ਦਾਦੀ ਨੂੰ ਹੁੰਦਾ ਸੀਗਾ। ਤੇ ਮੈਨੂੰ ਯਾਦ ਜਦੋਂ ਵੀ ਕੋਈ ਟਰੋਫੀ ਜਿੱਤ ਕੇ ਆਉਣੀ ਤਾਂ ਪਹਿਲਾਂ ਦਾਦੀ ਨੇ ਚੁੰਮ ਕੇ ਸੀਨੇ ਨਾਲ ਲਾਉਣੀ, ਫਿਰ ਉਹਨਾਂ ਨੇ ਸਾਰੇ ਘਰ ਨੂੰ ਇਕੱਲੇ ਨੂੰ ਜਾ ਕੇ ਦਿਖਾਉਣੀ। ਤੇ ਫਿਰ ਇਹ ਕਿ ਬੰਦਾ ਜੇ ਟੂਰਨਾਮੈਂਟ ਜਿੱਤ ਕੇ ਆਏ ਆ ਤਾਂ ਸਾਨੂੰ ਉਤਸ਼ਾਹਿਤ ਕਰਨ ਲਈ ਥੋੜ੍ਹੇ ਪੈਸੇ ਮਤਲਬ ਦੇਣੇ ਸਾਰੇ ਟੱਬਰ ਨੇ, ਕਿਉਂਕਿ ਅਸੀਂ ਜੁਆਇੰਟ ਫੈਮਿਲੀ 'ਚ ਰਹਿੰਦੇ ਸੀਗੇ। ਮੇਰੇ ਦਾਦਾ ਜੀ ਹੁਣੀ 3 ਭਰਾ ਆ, ਇੱਕ ਇੰਗਲੈਂਡ ਆ, ਦੂਜੇ ਕੈਨੇਡਾ ਸੀਗੇ, ਪਰ ਉਦੋਂ ਪਹਿਲਾਂ ਇੱਥੇ ਹੀ ਰਹਿੰਦੇ ਹੁੰਦੇ ਸੀਗੇ। ਤੇ ਸਾਡੀ ਸਾਰੀ ਜੁਆਇੰਟ ਫੈਮਿਲੀ ਹੁੰਦੀ ਸੀਗੀ, ਅਸੀਂ ਇੱਕੋ ਘਰ 'ਚ ਰਹਿੰਦੇ ਹੁੰਦੇ ਸੀਗੇ। ਤੇ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਸੀਗਾ ਵੀ ਯਾਰ ਵੀ ਕੁਝ ਚੰਗਾ ਕਰਕੇ ਆਏ ਆ, ਫੈਮਿਲੀ 'ਚ ਵੈਲਿਊ ਵੱਧਦੀ ਪਈ ਆ। ਬਾਈ ਜੀ, ਬਚਪਨ ਵਿੱਚ ਯਾਦ ਹੈ ਕਿ ਬਚਪਨ ਵਿੱਚ ਇਹ ਤਾਂ ਥੋੜ੍ਹਾ 13 ਸਾਲ ਦੀ ਉਮਰ ਵੀ ਬਚਪਨ ਹੀ ਹੁੰਦਾ ਆ, ਪਰ ਜਦੋਂ ਤੁਸੀਂ ਗੱਲ ਕੀਤੀ ਕਿ 5ਵੀਂ ਵਿੱਚ ਤੁਸੀਂ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀਗੀ, ਉਦੋਂ ਪ੍ਰਾਈਜ਼ ਆਇਆ ਸੀ ਜਾਂ ਉਸ ਤੋਂ ਬਾਅਦ ਪ੍ਰਾਈਜ਼ ਆਉਣੇ ਸ਼ੁਰੂ ਹੋਏ? ਨਹੀਂ, ਫਸਟ ਪ੍ਰਾਈਜ਼ ਉਦੋਂ ਹੀ ਆ ਗਿਆ ਸੀਗਾ ਜੀ, ਅਸੀਂ ਵਿਨਰ ਐਸੀ ਸਕੂਲ ਟੂਰਨਾਮੈਂਟ ਦੇ ਵਿੱਚ। ਹਾਂ, ਤੇ ਪਰ ਮੈਨੂੰ ਇੱਕ ਬਚਪਨ ਦੀ ਉਦੋਂ ਪਹਿਲੀ ਵੀ ਗੱਲ ਥੋੜ੍ਹੀ ਯਾਦ ਆ, ਬਾਕੀ ਸਾਡੇ ਬੇਬੇ ਹੁਣੇ ਦੱਸਦੇ ਹੁੰਦੇ ਆ ਕਿ ਸਾਡੇ ਤਾਇਆ ਜੀ ਹੁਣੀ, ਚਾਚਾ ਜੀ ਹੁਣੀ, ਡੈਡੀ ਨੂੰ ਸਾਰੇ ਬੈਠੇ ਪੁਰਾਣੇ ਵਿਹੜੇ ਦੇ ਵਿੱਚ ਤੇ ਗੱਲਾਂ ਕਰਦੇ ਪਏ ਸੀ ਟੂਰਨਾਮੈਂਟ ਦੀਆਂ ਕਿ ਦਿੱਲੀ ਨਹਿਰੂ ਟੂਰਨਾਮੈਂਟ ਹੁੰਦਾ ਆ, ਕਿਹੜੀ ਟੀਮ ਨੇ ਜਿੱਤਿਆ ਆ, ਕਿਹੜੀ ਸੈਮੀਫਾਈਨਲ 'ਚ ਪਹੁੰਚੀ ਆ, ਕਿਹਦਾ ਫਾਈਨਲ ਸੀ, ਸਕੋਰ ਕੀ ਰਿਹਾ ਆ। ਤੇ ਮੈਂ ਉਦੋਂ ਸਾਈਕਲੀ 'ਤੇ ਬੈਠਾ ਸੀਗਾ ਤੇ ਬੇਬੇ ਹੁਣੀ ਮੈਨੂੰ ਪੜ੍ਹਾ ਰਹੇ ਸੀਗੇ, ਵੀ ਯਾਦ ਕਰਵਾ ਰਹੇ ਸੀ ਪੋਇਮਸ ਵਗੈਰਾ। ਉਹਨਾਂ ਨੂੰ ਘੱਟੋ ਘੱਟ ਘੰਟਾ ਹੋ ਗਿਆ ਸੀਗਾ ਤੇ ਮੈਨੂੰ ਕੁਛ ਵੀ ਯਾਦ ਨਹੀਂ ਰਿਹਾ ਸੀ, ਕਿਉਂਕਿ ਮੇਰਾ ਸਾਰਾ ਧਿਆਨ ਉੱਧਰ ਸੀਗਾ ਕਿ ਟੂਰਨਾਮੈਂਟ 'ਚ ਕੀ ਹੋਇਆ, ਕਿੱਦਾਂ ਹੋਇਆ। ਤੇ ਇੰਨੇ ਨੂੰ ਸਾਡੇ ਦਾਦਾ ਜੀ ਨੇ ਆਏ ਤੇ ਉਹਨੇ ਆ ਕੇ ਪੁੱਛਿਆ ਵੀ ਕਿਹੜੀ ਟੀਮ ਜਿੱਤੀ ਆ। ਇਦੋਂ ਪਹਿਲਾਂ ਉਹ ਬੋਲਦੇ, ਮੈਂ ਬੈਠੇ ਨੇ ਸਾਈਕਲੀ 'ਤੇ ਬੋਲਤਾ ਵੀ BSF ਜਿੱਤ ਗਈ ਆ। ਅੱਛਾ, ਤੁਹਾਨੂੰ ਬਚਪਨ ਦੀ ਗੱਲ ਯਾਦ ਹੈ? ਹਾਂਜੀ, ਤੇ ਕੁੱਟ ਹੋ ਗਈ ਸੀਗੀ ਤਾਂ ਯਾਦ ਆ। ਤੇ ਮੈਂ ਉਹਦਾ ਦੱਸਦਾ ਸੀਗਾ ਕਿ ਵੀ ਮੈਂ ਕਿਹਾ ਵੀ ਇਹਨਾਂ ਦੇ ਡੈਡੀ ਨਹੀਂ ਬੋਲਦੀ, ਤੇ ਪਹਿਲਾਂ ਮੈਂ ਦੱਸਦਾ ਮੈਂ BSF ਜਿੱਤ ਗਈ ਆ, ਵੀ ਦੂਜੀ ਟੀਮ ਦਾ ਮੈਚ ਸੀਗਾ, ਆਹ ਸਕੋਰ ਸੀਗਾ। ਤੇ ਮੰਮੀ ਨੇ ਨਾ ਚੱਕ ਕੇ ਗੁੱਸੇ 'ਚ ਕਾਪੀ ਥੱਲੇ ਮਾਰੀ, ਕਹਿੰਦੇ ਵੀ ਮੈਨੂੰ ਘੰਟਾ ਹੋ ਗਿਆ ਇਹਨੂੰ ਪੋਇਮ ਰਟਾਉਂਦੀ ਨੂੰ, ਇਹਨੂੰ ਉਹ ਚੀਜ਼ ਯਾਦ ਨਹੀਂ ਹੈਗੀ, ਦਿੱਲੀ ਕੀ ਹੋਇਆ ਪਰਲੇ ਪਾਸੇ ਬੈਠੇ ਗੱਲਾਂ ਕਰਦੇ ਪਏ, ਇਹਨੂੰ ਸਾਰੇ ਤੋਂ ਸਾਰਾ ਕੱਲੀ ਗੱਲ ਯਾਦ ਆ। ਮੈਂ ਸੱਚੀ ਦੱਸਾਂ ਤਾਂ ਮੈਂ ਸਵਾਲ ਵੀ ਇਹੀ ਪੁੱਛਣ ਲੱਗਾ ਸੀ ਕਿ ਚਲੋ ਹਾਕੀ ਵਿੱਚ ਤਾਂ ਵਧੀਆ ਸੀ, ਇੱਕ ਇੰਟਰਨੈਸ਼ਨਲ ਲੈਵਲ 'ਤੇ ਤੁਸੀਂ ਜਾ ਕੇ ਆਏ ਹੋ ਅਤੇ ਤੁਹਾਡਾ ਇੱਕ ਨਾਮ ਹੈ ਹਾਕੀ ਦੇ ਵਿੱਚ, ਪੜ੍ਹਾਈ ਵਿੱਚ ਕਿਵੇਂ ਸੀਗੇ? ਪੜ੍ਹਾਈ ਵਿੱਚ ਜੀ ਮੈਂ 5th ਤੱਕ ਠੀਕ ਸੀਗਾ, 8th ਤੱਕ ਧੱਕਾ ਸਟਾਰਟ ਸੀ, ਕਿਉਂਕਿ ਗੇਮ 'ਚ ਜਾਣਾ ਚਾਹੁੰਦਾ ਸੀਗਾ, ਪਰ ਮੈਂ ਸੈਂਟਰ ਸਕੂਲ 'ਚ ਸੀਗਾ। ਉੱਥੇ ਹੁੰਦੀ ਆ ਸੀਜ਼ਨਲ ਹਾਕੀ, ਕਿ ਸਾਲ ਦੇ ਵਿੱਚ 3-4 ਮਹੀਨੇ ਖੇਡਣਾ, ਅਤੇ ਮੈਂ ਹਾਕੀ ਦੀ ਫੀਲਡ 'ਚ ਕੁਛ ਕਰਨਾ ਚਾਹੁੰਦਾ ਸੀਗਾ। ਅਤੇ ਫਿਰ ਉਦੋਂ ਬਾਅਦ ਜਦੋਂ ਮੈਂ 8th ਵਿੱਚ ਫਾਈਨਲੀ ਕਿਹਾ ਕਿ ਮੈਂ ਪ੍ਰੋਫੈਸ਼ਨਲ ਪਲੇਅਰ ਹੀ ਬਣਨਾ ਹੈ, ਵੀ ਮੈਨੂੰ ਕਿਹਾ ਸੀ ਜਾਂ ਪੜ੍ਹ ਲੈ ਜਾਂ ਪਲੇਅਰ ਬਣ ਜਾ, ਅਤੇ ਮੈਂ ਇੱਕ ਆਪਸ਼ਨ ਮੈਂ ਕਿਹਾ ਮੈਂ ਪਲੇਅਰ ਬਣਨਾ। ਅਤੇ ਫਿਰ ਉਦੋਂ ਬਾਅਦ ਪੜ੍ਹਾਈ ਵੀ ਚੰਗੀ ਹੋ ਗਈ, ਕਿਉਂਕਿ ਇੱਕ ਮਾਇੰਡ 'ਤੇ ਪ੍ਰੈਸ਼ਰ ਹੁੰਦਾ ਆ, ਹੈ ਨਾ। ਉਦੋਂ ਮੈਨੂੰ ਸੀਗਾ ਕਿ ਮੈਂ ਖੇਲ ਰਿਹਾ ਹਾਂ, ਅਤੇ ਮੈਂ ਪਹਿਲੇ ਸਾਲ ਹੀ ਮੁੜ ਕੇ ਪੰਜਾਬ ਨੂੰ ਨੈਸ਼ਨਲ ਖੇਲ ਗਿਆ ਸੀਗਾ ਜੀ, ਅਤੇ ਜਿਹੜੇ ਨਵੇਂ ਸਕੂਲ 'ਚ ਗਿਆ ਉੱਥੇ ਕੈਪਟਨ ਬਣ ਗਿਆ ਸੀਗਾ। ਅਤੇ ਉਸ ਸਾਲ 18 ਸਾਲ ਬਾਅਦ ਅਸੀਂ ਉਹ ਜੂਨੀਅਰ ਦਾ ਟੂਰਨਾਮੈਂਟ ਜਿੱਤੇ ਸੀਗੇ। ਬਾਈ ਜੀ, ਇੱਥੇ ਤੁਹਾਨੂੰ ਮੈਂ ਰੋਕਣਾ ਚਾਹੂੰਗਾ, ਇੱਕ ਸਵਾਲ ਪੁੱਛਣਾ ਚਾਹੂੰਗਾ। ਕਈ ਵਾਰ ਕੀ ਹੁੰਦਾ ਕਿ ਇੱਕ ਪਰਿਵਾਰ ਦਾ ਪ੍ਰੈਸ਼ਰ ਹੁੰਦਾ ਕਿ ਜੇ ਕਰਨਾ ਤਾਂ ਇਹੀ ਕਰਨਾ, ਇਸ ਤੋਂ ਇਲਾਵਾ ਕੁਛ ਨਹੀਂ ਕਰਨਾ। ਕਦੀ ਲੱਗਾ ਕਿ ਇਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਹੈ ਕਿ ਜਿੱਦਾਂ ਪਰਿਵਾਰ ਵੱਲੋਂ ਕਿ ਹਾਕੀ ਹੀ ਖੇਡਣੀ, ਉਸ ਤੋਂ ਇਲਾਵਾ ਕੁਛ ਨਹੀਂ ਕਰਨਾ, ਕਿ ਪ੍ਰੈਸ਼ਰ ਵਿੱਚ ਆ ਕੇ ਲੱਗਾ ਕਿ ਮੈਂ ਹਾਕੀ ਛੱਡ ਦੇਵਾਂ? ਨਹੀਂ, ਇੱਦਾਂ ਤਾਂ ਕੁਛ ਨਹੀਂ। ਡੈਡੀ ਨੇ ਇੱਕ ਗੱਲ ਕਹੀ ਸੀਗੀ ਕਿ ਜੋ ਵੀ ਕਰਨਾ ਆ ਚੰਗੇ ਤਰੀਕੇ 'ਤੇ ਕਰਨਾ ਆ, ਵੀ ਅਸੀਂ ਤੇਰੀ ਸਪੋਰਟ ਕਰਾਂਗੇ, ਮਤਲਬ ਤੈਨੂੰ ਕੁਛ ਜੇ ਤੂੰ ਸਪੋਰਟਸ ਕਰਨੀ ਆ ਤਾਂ ਇੱਦਾਂ ਦੀ ਕਰੀ ਕਿ ਸਾਨੂੰ ਕੱਲ੍ਹ ਨੂੰ ਕੋਈ ਨਾ ਕਹੇ ਯਾਰ ਤੁਹਾਡਾ ਮੁੰਡਾ ਹਾਕੀ ਖੇਡਿਆ ਆ, ਕਿੱਦਾਂ ਖੇਡਿਆ, ਵੀ ਜਿੰਨੀ ਖੇਡਣੀ ਆਪਣੇ ਪੱਟਾਂ ਦੇ ਸਿਰ 'ਤੇ ਖੇਡਣੀ ਆ, ਵੀ ਤੈਨੂੰ ਖੇਡਣ ਦਾ ਸਮਾਨ ਚਾਹੀਦਾ ਆ, ਇੰਪੋਰਟੈਂਟ ਸਮਾਨ ਮਿਲੂਗਾ ਤੈਨੂੰ ਸਾਰਾ, ਡਾਈਟ 'ਚ ਕੋਈ ਕਮੀ ਨਹੀਂ ਹੋਊਗੀ, ਪਰ ਅਸੀਂ ਤੇਰੇ ਮਗਰ ਜਾ ਕੇ ਕਿਤੇ ਕਹਿਣਾ ਨਹੀਂ ਕਿ ਯਾਰ ਸਾਡਾ ਮੁੰਡਾ ਇਹਨੂੰ ਰੱਖ ਲਓ। ਉਲਟਾ ਜੇ ਅਸੀਂ ਜਾਂਦੇ ਹਾਂ ਤਾਂ ਸਾਨੂੰ ਇਹ ਸੁਣਨ ਨੂੰ ਮਿਲੇ ਵੀ ਯਾਰ ਤੇਰਾ ਮੁੰਡਾ ਖੇਲਦਾ ਪਿਆ ਆ। ਅਤੇ ਡੈਡੀ ਨੇ ਪਹਿਲੀ ਸ਼ਰਤ ਇਹ ਰੱਖੀ ਸੀਗੀ ਵੀ ਜੇ ਹਾਕੀ ਖੇਡਣੀ ਆ, ਜੇ ਨਹੀਂ ਖੇਡਣੀ, ਮਾੜੀ ਖੇਡਣੀ ਆ ਤਾਂ ਛੱਡ ਦੇ। ਹੁਣ ਮੈਨੂੰ ਇੱਕ ਆਪਸ਼ਨ ਦਿੱਤੀ ਸੀ ਬਸ ਇਹ,
ਵੀ ਜੇ ਖੇਡਣਾ ਤਾਂ ਆਪਣੇ ਪੱਟਾਂ ਦੇ ਦਮ 'ਤੇ ਖੇਡਣਾ, ਜਿੰਨਾ ਵੀ ਖੇਡਣਾ। ਜੀ ਜੀ। ਅਤੇ ਹੁਣ ਗੱਲ ਕਰੀਏ ਕਾਲਜ ਟਾਈਮ ਦੀ। ਕਾਲਜ ਵਿੱਚ ਕੀ ਹੁੰਦਾ ਕਿ ਕਈ ਵਾਰੀ ਫੰਕਸ਼ਨ ਹੁੰਦੇ ਆ, ਭੰਗੜਾ ਹੁੰਦਾ ਆ, ਗਿੱਧਾ ਹੁੰਦਾ ਆ, ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਹੁੰਦੀਆਂ ਆ। ਕਦੀ ਇਸ ਤਰ੍ਹਾਂ ਭਾਗ ਲਿਆ ਭੰਗੜੇ ਵਿੱਚ ਜਾਂ ਇੱਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ? ਨਹੀਂ, ਸਕੂਲ ਟਾਈਮ 'ਤੇ ਜ਼ਰੂਰ ਕੀਤਾ ਸੀ, ਪਰ ਜਦੋਂ ਕਾਲਜ ਗਿਆ ਜਾਂ ਕਾਲਜ ਟਾਈਮ 'ਤੇ ਨਹੀਂ, ਕਿਉਂਕਿ ਸਾਡੀ ਉਸ ਵੇਲੇ ਫੋਕਸ ਸਿਰਫ ਗੇਮ 'ਤੇ ਸੀਗਾ। ਸਾਡੀ 2 ਟਾਈਮ ਸਵੇਰੇ ਟ੍ਰੇਨਿੰਗ ਹੁੰਦੀ ਸੀਗੀ ਅਤੇ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਸੀਗੀ, ਅਤੇ ਪੂਰਾ ਟਾਈਮ ਸਾਡਾ ਟ੍ਰੇਨਿੰਗ 'ਤੇ ਹੁੰਦਾ ਸੀ, ਕਿਉਂਕਿ ਸਾਰਾ ਸਾਲ ਟੂਰਨਾਮੈਂਟ ਚੱਲਦੇ ਰਹਿੰਦੇ ਸੀਗੇ ਅਤੇ ਕਿਸੇ ਹੋਰ ਚੀਜ਼ ਵੱਲ ਮੁੜ ਕੇ ਧਿਆਨ ਨਹੀਂ ਗਿਆ ਉਦੋਂ ਪੂਰੀ ਡੈਡੀਕੇਸ਼ਨ ਸਾਡੀ ਜਿਹੜੀ ਸੀਗੀ ਉਹ ਗੇਮ 'ਤੇ ਸੀਗੀ। ਗੇਮ 'ਤੇ ਸੀ। ਅਤੇ ਇਸ ਤੋਂ ਇਲਾਵਾ ਗੱਲ ਕਰੀਏ ਕੀ ਹੁੰਦਾ ਕਿ ਜਦੋਂ ਆਪਾਂ ਇੱਕ ਕਾਲਜ ਦੇ ਵਿੱਚ ਜਾਂਦੇ ਹਾਂ ਜਾਂ ਸਕੂਲ +2 ਜਾਂ +1 ਦੇ ਵਿੱਚ ਹੁੰਦੇ ਹਾਂ, ਕਾਲਜ ਦੇ ਵਿੱਚ ਕੀ ਹੁੰਦਾ ਇੱਕ ਗਰੁੱਪ ਹੋ ਜਾਂਦਾ ਆ ਮੁੰਡਿਆਂ ਦਾ ਗਰੁੱਪ ਹੁੰਦਾ ਕਿ ਕਈ ਵਾਰ ਕੀ ਹੁੰਦਾ ਕਿ ਅੱਜ ਪੜ੍ਹਾਈ ਤੋਂ ਬੰਕ ਕਰਦੇ ਹਾਂ, ਅੱਜ ਉਹ ਪ੍ਰੈਕਟਿਸ ਤੋਂ ਬੰਕ ਕਰਦੇ ਹਾਂ, ਫਿਲਮ ਦੇਖਣ ਚੱਲ ਜਾਂਦੇ ਹਾਂ, ਘੁੰਮਣ ਫਿਰਨ ਚੱਲ ਜਾਂਦੇ ਹਾਂ, ਗੇੜੀ ਮਾਰਨ ਚੱਲ ਜਾਂਦੇ ਹਾਂ। ਕਦੀ ਇਸ ਤਰ੍ਹਾਂ ਹੋਇਆ ਗੇੜੀ ਗੂੜੀ ਮਾਰਨ ਗਏ ਹੋ ਜਾਂ ਫਿਲਮਾਂ ਦੇਖਣ ਗਏ ਹੋ ਬੰਕ ਕਰਕੇ? ਨਹੀਂ, ਮੈਂ ਬੰਕ ਨਹੀਂ ਕਦੀ ਕੀਤਾ ਬੀ ਓਨੈਸਟਲੀ। ਮੈਂ ਹਮੇਸ਼ਾ ਕੰਟੀਨ 'ਚ ਹੀ ਹੁੰਦਾ ਸੀਗਾ ਅਤੇ ਯਾਰਾਂ ਦੋਸਤਾਂ ਨੂੰ ਸਭ ਨੂੰ ਪਤਾ ਹੁੰਦਾ ਸੀ ਵੀ ਕੰਟੀਨ 'ਚ ਹੀ ਬੈਠਾ ਹੈ, ਕਿਉਂਕਿ ਅਸੀਂ 2-4 ਘੰਟੇ ਲਈ ਕਾਲਜ ਜਾਣਾ ਹੁੰਦਾ ਸੀਗਾ ਅਤੇ ਥੱਕੇ ਹੁੰਦੇ ਸੀ। ਉਹ ਸਿਰਫ ਇਹ ਹੁੰਦਾ ਸੀ ਕਿ ਮਾਈਂਡ ਫਰੈਸ਼ ਹੋ ਜਾਊਗਾ ਫਰੈਂਡਸ। ਮੈਨੂੰ ਐਂ ਕਦੋਂ ਲੱਗ ਰਿਹਾ ਕਿ ਕੰਟੀਨ ਵਿੱਚ ਬੈਠਣ ਦਾ ਕੋਈ ਖਾਸ ਕਾਰਨ ਸੀ? ਸ਼ਾਇਦ ਕੋਈ ਖਾਸ ਕਾਰਨ ਨਹੀਂ, ਕੰਟੀਨ 'ਚ ਬੈਠਣ ਦਾ ਕੋਈ ਖਾਸ ਕਾਰਨ ਨਹੀਂ ਸੀਗਾ ਜਿੰਨੇ ਚਿਰ ਕਾਲਜ ਰਹੇ ਹਾਂ। ਅਤੇ ਉਦੋਂ ਸਿਰਫ ਇਹ ਹੁੰਦਾ ਸੀਗਾ ਕਿ ਯਾਰਾਂ ਦੋਸਤਾਂ ਨੂੰ ਮਿਲਣਾ ਆ, ਕਿਉਂਕਿ ਮੇਰਾ ਜਿਹੜਾ ਸਰਕਲ ਆ ਨਹੀਂ, ਪੱਕੀ ਗੱਲ ਯਾਰਾਂ ਦੋਸਤਾਂ ਨੂੰ ਮਿਲਣਾ। ਅਤੇ ਕੋਈ ਇੱਦਾਂ ਦਾ ਨਹੀਂ ਸੀਗਾ ਕਿ ਸਪੋਰਟਸ ਦੇ ਮੇਰਾ ਜਿਹੜਾ ਸਰਕਲ ਆ ਇਕੱਲਾ ਸਪੋਰਟਸ 'ਚ ਹੀ ਹੈਗਾ ਆ। ਮੇਰੇ ਜਿੱਦਾਂ ਜਿਹੜੇ ਫਰੈਂਡ ਸੀਗੇ, ਕਿਉਂਕਿ ਖਾਲਸਾ ਕਾਲਜ ਜਦੋਂ ਅਸੀਂ ਗਏ ਹਾਂ ਉਦੋਂ ਸਿਰਫ ਬॉयਜ਼ ਦਾ ਸੀਗਾ, +2 ਅਤੇ BA। ਅਤੇ ਮੇਰਾ ਜਿਹੜਾ ਸਰਕਲ ਸੀਗਾ, ਜਦੋਂ ਸੈਂਟਰ ਸਕੂਲ 'ਚ ਪੜ੍ਹਿਆ ਸੀਗਾ, ਉਹ ਪੁਰਾਣੇ ਬੱਚੇ ਵੀ ਨਾਲ ਪੜ੍ਹੇ ਸੀਗੇ ਅਤੇ ਮੇਰਾ ਮਤਲਬ ਮੁੰਡੇ ਕੁੜੀਆਂ ਸਾਰਿਆਂ ਦਾ ਸਰਕਲ ਸੀਗਾ। ਅਤੇ ਸਾਡੀ ਇੱਕ ਇਮੇਜ ਹੁੰਦੀ ਸੀਗੀ ਕਿ ਵੀ ਅਸੀਂ ਕੰਟੀਨ 'ਚ ਬੈਠੇ ਹਾਂ ਤਾਂ ਮਤਲਬ ਕਦੀ ਕਿਸੇ ਨੂੰ ਟੀਜ਼ ਨਹੀਂ ਕੀਤਾ ਜਾਂ ਫਾਲਤੂ। ਚਲੋ ਲੜਾਈਆਂ ਝਗੜੇ ਹੁੰਦੇ ਆ ਜੀ, ਉਹ ਤਾਂ ਗੱਲ ਵੱਖਰੀ ਆ, ਪਰ ਹੋਰ ਕੋਈ ਕੰਟੀਨ 'ਚ ਬੈਠਣ ਦਾ ਸਾਡਾ ਰੀਜ਼ਨ ਨਹੀਂ ਸੀ। ਸਿਰਫ ਇਹਨੇ ਕਿ ਯਾਰ ਦੋਸਤ ਉੱਥੇ ਬੈਠ ਗਏ, ਅਸੀਂ ਗੱਲਬਾਤ ਕਰ ਲਈ ਆ। ਮੂਵੀਜ਼ ਦੇਖਣ ਜਾਂਦੇ ਹੁੰਦੇ ਸੀ, ਸ਼ੌਂਕ ਸੀਗਾ ਮੂਵੀਜ਼ ਦਾ। ਉਹੀ ਮੈਂ ਪੁੱਛਿਆ ਕਿ ਮੂਵੀ ਦੇਖਣ ਜਦੋਂ ਜਾਣਾ ਬੰਕ ਕਰਕੇ ਜਾਂਦੇ ਸੀ ਜਾਂ ਸਪੈਸ਼ਲ ਜਾਂਦੇ ਹੁੰਦੇ ਸੀ ਛੁੱਟੀ ਵਾਲੇ ਦਿਨ? ਨਹੀਂ, ਮੈਂ ਅੱਜ ਤੱਕ ਬੰਕ ਕਰਕੇ ਕਦੀ ਨਹੀਂ ਗਿਆ ਜੀ। ਸਕੂਲ ਟਾਈਮ ਵੀ ਇੱਕ ਵਾਰੀ ਗਿਆ ਸੀਗਾ, ਉਦੋਂ ਘਰੇ ਜ਼ਰੂਰ ਦੱਸਿਆ ਸੀਗਾ ਕਿ ਨਾਲ ਦੇ ਬੰਕ ਕਰਨ ਲੱਗੇ ਆ, ਮੈਂ ਫਿਲਮ ਦੇਖਣ ਜਾਣਾ ਆ, ਅਤੇ ਮੈਂ ਘਰ ਦੇ ਕੱਪੜਿਆਂ 'ਚ ਗਿਆ ਸੀਗਾ। ਬਾਕੀ ਸਕੂਲ ਦੇ ਗਏ ਸੀਗੇ ਮੇਰੇ ਜਿਹੜੇ ਫਰੈਂਡ ਸੀਗੇ ਸਕੂਲ ਦੀ ਡਰੈਸ। ਮਤਲਬ ਸ਼ੁਰੂ ਤੋਂ ਮਾਂ ਪਿਓ ਦੇ ਬੀਬੇ ਪੁੱਤ ਬਣ ਕੇ ਰਹੇ ਹੋ? ਨਹੀਂ, ਛਿੱਤਰਾਂ ਡਰ ਸੀਗਾ ਕਿਉਂਕਿ ਜੁਆਇੰਟ ਫੈਮਿਲੀ 'ਚ ਸੀਗੇ। ਫਾਦਰ ਉਹਨਾਂ ਨੂੰ ਸਾਰਾ ਏਰੀਆ ਜਾਣਦਾ ਆ, ਅਤੇ ਇਹ ਹੁੰਦਾ ਸੀ ਵੀ ਜੇ ਝੂਠ ਬੋਲ ਕੇ ਗਏ ਤਾਂ ਕਟਾਪਾ ਬੋਲਣਾ, ਅਤੇ ਪਤਾ ਲੱਗ ਗਿਆ ਅਤੇ ਘਰ ਦੇ ਨੇ ਤਾਂ ਕਦੇ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਵੀ ਦੱਸ ਕੇ ਜਿੱਥੇ ਜਾਣਾ ਆ ਵੀ ਤੁਸੀਂ ਚਲੇ ਜਾਓ। ਮੈਨੂੰ ਯਾਦ ਆ ਅਸੀਂ ਪਹਿਲੀ ਫਿਲਮ ਦੇਖਣ ਗਏ ਸੀ, ਮੈਂ ਅਤੇ ਮੇਰਾ ਫਰੈਂਡ ਸੀਗੇ, ਅਤੇ ਸਾਡੇ ਪਿੰਡ ਦਾ ਹੀ ਮੁੰਡਾ। ਅਸੀਂ ਦੇਖਣ ਗਏ ਸੀਗੇ, ਅਕਸ਼ੇ ਕੁਮਾਰ ਦੀ ਆਈ ਸੀਗੀ ਅੰਡਰਟੇਕਰ ਦੇ ਨਾਲ। ਉਹ ਖਿਲਾੜੀ ਅਸੀਂ ਉਹ ਦੇਖਣ ਗਏ ਸੀ, ਅਤੇ ਆਈ ਥਿੰਕ ਉਹ ਥੀਏਟਰ ਵੀ ਹੁਣ ਬੰਦ ਹੋ ਗਿਆ ਹੈ। ਉਹਦੀ 10 ਰੁਪਏ ਬਾਹਲੀ ਪੁਰਾਣੀ ਗੱਲ ਨਹੀਂ ਹੈਗੀ, ਪਰ ਉਹਦਾ ਥੀਏਟਰ ਉਹ ਉੱਦਾਂ ਦਾ ਸੀ, ਸ਼ਹਿਰ ਅਸੀਂ ਜਾ ਨਹੀਂ ਸਕਦੇ, ਅਸੀਂ ਬੱਚੇ ਸੀਗੇ, ਅਤੇ ਅਸੀਂ ਉਹ ਥੀਏਟਰ 'ਚ ਦੇਖ ਕੇ 10 ਰੁਪਏ ਦੀ ਟਿਕਟ ਲੈ ਕੇ ਦੇਖਿਆ ਸੀਗਾ ਜੀ। ਬਾਈ ਜੀ, ਹੁਣ ਆਪਾਂ ਗੇਮ ਵੱਲ ਆਉਂਦੇ ਹਾਂ, ਹਾਕੀ ਵੱਲ ਆਉਂਦੇ ਹਾਂ। ਹਾਕੀ ਇੱਕ ਐਸੀ ਗੇਮ ਹੈ ਕਿ ਆਪਣੇ ਇੰਡੀਆ ਦੀ ਨੈਸ਼ਨਲ ਗੇਮ ਆ, ਪਰ ਹਾਕੀ ਦੇ ਨਾਲ ਦੇਖਿਆ ਜਾਵੇ ਕਿ ਕ੍ਰਿਕਟ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਜ਼ਿਆਦਾ ਲੋਕ ਪਸੰਦ ਕਰਦੇ ਨੇ। ਕੀ ਕਾਰਨ ਲੱਗਦਾ ਕਿ ਹਾਕੀ ਨੂੰ ਲੋਕ ਇੰਨਾ ਕਿਉਂ ਨਹੀਂ ਪਸੰਦ ਕਰਦੇ? ਪਹਿਲੀ ਗੱਲ ਤਾਂ ਇਹ ਜੀ, ਕ੍ਰਿਕਟ ਦੇ ਵਿੱਚ ਇਹ ਚੀਜ਼ ਹੈਗੀ ਕਿ ਇੱਕ ਬੰਦੇ ਕੋਲ ਬੈਟ ਆ, ਇੱਕ ਬਾਲ ਹੈ, ਇੱਟਾਂ ਰੱਖੀਆਂ, ਬੱਚਿਆਂ ਨੇ ਖੇਡ ਲਿਆ। ਤੁਸੀਂ ਹਾਕੀ ਖੇਡਣੀ ਆ, ਤੁਹਾਨੂੰ ਹਾਕੀ ਵੀ ਆਪਣੀ ਚਾਹੀਦੀ ਆ, ਤੁਹਾਨੂੰ ਆਪਣੇ ਸ਼ਨਗੜ ਚਾਹੀਦੇ ਆ, ਤੁਹਾਨੂੰ ਆਪਣੇ ਵਧੀਆ ਸ਼ੂਜ਼ ਚਾਹੀਦੇ ਆ। ਬਿਲਕੁਲ, ਤੁਸੀਂ ਇਹਨੂੰ ਕਿਤੇ ਵੀ ਨਹੀਂ ਖੇਡ ਸਕਦੇ, ਇਹਦੇ ਲਈ ਤੁਹਾਨੂੰ ਪ੍ਰੋਪਰ ਗਰਾਊਂਡ ਹੋਣੀ ਜ਼ਰੂਰੀ ਆ। ਬਿਲਕੁਲ, ਅਤੇ ਇਸ ਕਰਕੇ ਲੋਕ ਜ਼ਿਆਦਾ ਇਸ ਫੀਲਡ 'ਚ ਜਾਂਦੇ ਵੀ ਨਹੀਂ, ਕਿਉਂਕਿ ਹੁੰਦਾ ਕਿ ਕ੍ਰਿਕਟ ਦੇ ਵਿੱਚ ਜਿਹੜੀ ਬਾਲ ਦੀ ਸਪੀਡ ਹੁੰਦੀ ਆ, ਉਹਦੇ ਨਾਲ ਡਬਲ ਸਪੀਡ 'ਤੇ ਹਾਕੀ ਦੀ ਬਾਲ ਆਉਂਦੀ ਆ। ਬਿਲਕੁਲ, ਇਹ 'ਚ ਇੰਜਰੀ ਬਹੁਤ ਹੁੰਦੀ ਆ। ਅਤੇ ਇੱਕ ਰੀਜ਼ਨ ਇਹ ਵੀ ਹੈ ਕਿ ਲੋਕ ਇਹ ਚੀਜ਼ ਖੇਡਦੇ ਨਹੀਂ। ਦੂਜਾ, ਕ੍ਰਿਕਟ ਦੇ ਵਿੱਚ ਇਹ ਵੀ ਆ ਕਿ ਜਿੱਦਾਂ ਹੁਣ ਨੋਰਮਲ ਬੱਚੇ ਆ, ਚੱਪਲਾਂ ਪਾਈਆਂ ਖੇਡਣ ਚਲੇ ਗਏ, ਤੁਸੀਂ ਹਾਕੀ ਖੇਡ ਨਹੀਂ ਸਕਦੇ, ਤੁਹਾਨੂੰ ਸੇਫਟੀ ਗੇਅਰਸ ਪ੍ਰੋਪਰ ਚਾਹੀਦੇ ਆ, ਫਿਰ 'ਚ ਸੱਟ ਬਾਲ ਆਉਂਦੀ ਆ ਜੀ, ਕਿਉਂਕਿ ਜਿਹੜੀ ਬੈਟ ਦੀ ਚੌੜਾਈ ਹੁੰਦੀ ਆ ਹਾਕੀ ਨਾਲ ਆਲਮੋਸਟ ਡਬਲ ਹੁੰਦੀ ਆ। ਹਾਂਜੀ, ਹਾਕੀ ਦੀ ਪਤਲੀ ਹੁੰਦੀ ਆ, ਬਾਲ ਦੀ ਸਾਈਜ਼ ਉਹੀ ਹੁੰਦਾ, ਪਰ ਸਪੀਡ ਤੇਜ਼ ਹੁੰਦੀ ਆ ਜੀ। ਸੋ ਤੁਹਾਡੀ ਉਹਦੇ ਲਈ ਟ੍ਰੇਨਿੰਗ ਬਹੁਤ ਚਾਹੀਦੀ ਆ। ਛੋਟੇ ਹੁੰਦੇ ਤਾਂ ਸਾਨੂੰ ਨਿੱਕੀਆਂ ਡਰਿਲਸ ਦੇਣੀਆਂ ਕਰਨੀਆਂ ਪੈਂਦੀਆਂ। ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਗੇ ਜਾ ਕੇ ਕਰਦੇ ਹਾਂ, ਪਰ ਇੱਥੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਹਾਂ, ਹਰ ਕੰਮ ਦੇ ਵਿੱਚ ਸਾਨੂੰ ਮੁਸ਼ਕਿਲਾਂ ਆਉਂਦੀਆਂ ਆ, ਅਤੇ ਕੋਈ ਕੰਮ ਜੇ ਸਿੱਖਣਾ ਹੋਵੇ, ਭਾਵੇਂ ਉਹ ਗੇਮ ਹੋਵੇ ਜਾਂ ਕੁਛ ਵੀ ਹੋਵੇ, ਸਾਨੂੰ ਉਸਤਾਦ ਦੀ ਜਿਹੜੀ ਲੋੜ ਆ ਉਹ ਜ਼ਰੂਰ ਹੁੰਦੀ, ਸਾਨੂੰ ਸਿੱਖਣਾ ਪੈਂਦਾ ਹੈ। ਮੁਸ਼ਕਿਲਾਂ ਕਿੰਨੀਆਂ ਕਈਆਂ, ਅਤੇ ਇਸ ਦੇ ਨਾਲ ਜਿਹੜੇ ਤੁਹਾਡੇ ਉਸਤਾਦ, ਉਹਨਾਂ ਦਾ ਨਾਮ ਕੀ ਹੈ ਅਤੇ ਕਦੋਂ ਉਹਨਾਂ ਨੂੰ ਮਿਲੇ? ਸਭ ਤੋਂ ਪਹਿਲਾਂ ਤਾਂ ਮੈਨੂੰ ਡੈਡੀ ਨੇ ਸਿਖਾਉਣਾ ਸ਼ੁਰੂ ਕੀਤਾ ਸੀਗਾ ਜੀ, ਘਰ ਵਿੱਚੋਂ ਹੀ? ਹਾਂਜੀ, ਘਰ ਦੇ ਵਿੱਚੋਂ। ਮੇਰੇ ਤਾਇਆ ਜੀ ਹੋਣੀ ਆ, ਉਹ ਵੀ ਇੰਟਰਨੈਸ਼ਨਲ ਪਲੇਅਰ ਆ ਜੀ, ਇੰਗਲੈਂਡ ਨੇ, ਅਤੇ ਉਹਨਾਂ ਨੇ ਸਿਖਾਇਆ। ਜਦੋਂ ਵੀ ਇੰਡੀਆ ਆਉਂਦੇ ਤੁਸੀਂ ਕੁਛ ਨਾ ਕੁਛ ਸਿੱਖਦਾ ਹੁੰਦਾ ਸੀਗਾ ਮੈਂ। ਅਤੇ ਉਸ ਤੋਂ ਬਾਅਦ ਮੈਂ ਸੰਸਾਰਪੁਰ JCD ਅਕੈਡਮੀ ਜੁਆਇਨ ਕੀਤੀ ਸੀਗੀ ਜੀ,
ਅਤੇ ਸਾਡੇ ਉੱਥੇ ਕੋਚ ਹੁੰਦੇ ਸੀ ਕੁੱਕਾ ਭਾਈ ਅਤੇ ਬੱਬੂ ਭਾਈ। ਸੋ ਮੈਨੂੰ ਯਾਦ ਆ ਮੈਂ ਜਦੋਂ ਫਸਟ ਡੇ ਉੱਥੇ ਗਿਆ ਸੀਗਾ ਅਤੇ 45 ਮਿੰਟਸ ਰਨਿੰਗ ਕਰਵਾਈ ਸੀਗੀ। ਮਤਲਬ ਪਹਿਲੇ ਦਿਨ ਹੀ ਜੀ ਮੇਰੇ ਤੋਂ, ਕਿਉਂਕਿ ਮੇਰੇ ਸੀਨੀਅਰ ਸਾਰੇ ਕਰਦੇ ਸੀ, ਮੈਨੂੰ ਉਹਨਾਂ ਨੇ ਨਾਲ ਲਾਤਾ ਸੀਗਾ। ਪਰ ਇਹ ਸੀਗਾ ਕਿ ਅਗਲੇ ਦਿਨ ਤੱਕ ਮੈਂ ਸਿੱਧਾ ਤੁਰ ਨਹੀਂ ਪਾ ਰਿਹਾ ਸੀਗਾ, ਇੰਨੀ ਕੁ ਜ਼ਿਆਦਾ ਲੱਤਾਂ 'ਚ ਪੇਨ ਹੋ ਰਹੀ ਸੀਗੀ। ਅਤੇ ਜਦੋਂ ਘਰੇ ਦੱਸਿਆ ਘਰ ਦੇ ਕਹਿੰਦੇ ਹਾਕੀ ਤਾਂ ਇੱਦਾਂ ਹੀ ਖੇਲਣੀ ਆ, ਅਤੇ ਬੈੱਡ 'ਤੇ ਬਹਿ ਕੇ ਤਾਂ ਖੇਡ ਨਹੀਂ ਹੋਣੀ ਹੈ, ਜਾਣਾ ਪੈਣਾ ਆ। ਅਤੇ ਉਹਨਾਂ ਦੇ ਕੋਲੋਂ ਬਹੁਤ ਸਿੱਖਣ ਨੂੰ ਮਿਲਿਆ ਮੈਨੂੰ। ਅਤੇ ਮੈਨੂੰ ਯਾਦ ਆ ਸ਼ਾਇਦ ਭਾਈ ਨੂੰ ਮੈਨੂੰ ਇੱਕ ਵਾਰੀ ਫੜ ਲਿਆ ਸੀ, ਇੱਕ ਮੈਨੂੰ ਗੱਲ ਚੇਤੇ ਆਉਂਦੀ ਆ। ਜੀ ਬਿਲਕੁਲ ਸਾਂਝੀ ਕਰੋ। ਮੈਂ ਮੂਵੀਜ਼ ਦਾ ਮੈਨੂੰ ਸ਼ੌਂਕ ਸੀਗਾ, ਅਤੇ ਜਦੋਂ ਜੌਨ ਇਬਰਾਹਿਮ ਆਇਆ ਨਾ, ਐਕਚੁਅਲੀ ਮੇਰੇ ਨਾ ਜਿਵੇਂ ਜਿਮ ਦਾ ਸ਼ੌਂਕ ਪਿਆ ਆ, ਉਹ 2 ਬੰਦਿਆਂ ਕਰਕੇ ਪਿਆ। ਇੱਕ ਸਾਡੇ ਹਾਕੀ ਦੇ ਪਲੇਅਰ ਸੀ ਜੁਗਰਾਜ ਸਿੰਘ ਜੀ, ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ, ਭਾਜੀ ਹੁਣੀ SP ਆ, ਉਹਨਾਂ ਦੀ ਬੋਡੀ ਬਹੁਤ ਵਧੀਆ ਸੀਗੀ। ਅਤੇ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਯਾਰ ਵੀ ਜੇ ਹਾਕੀ ਖੇਲਣੀ ਆ ਨਾ ਤਾਂ ਇੱਦਾਂ ਦੀ ਬੋਡੀ ਬਣਾ ਕੇ ਖੇਲਣੀ ਆ। ਅੱਛਾ। ਕਿਉਂਕਿ ਮੈਂ ਉਹਨਾਂ ਦੀ ਫੋਟੋ ਵਗੈਰਾ ਕੱਟ ਕੇ ਵੀ ਅਲਮਾਰੀ 'ਚ ਲਾਈ ਹੁੰਦੀ ਸੀ। ਸਾਡੇ ਉਦੋਂ ਪਲੇਅਰ ਹੁੰਦੇ ਸੀ ਬਲਜੀਤ ਸਿੰਘ ਢਿੱਲੋਂ, ਭਾਜੀ ਉਹਨਾਂ ਦੀ ਫੋਟੋਆਂ ਕੱਟ ਕੇ ਇਹਨਾਂ ਹਾਕੀ ਪਲੇਅਰਾਂ ਦੀਆਂ, ਆਪਣੇ ਦੀਪਕ ਠਾਕੁਰ, ਇੰਦਰਜੀਤ ਸਿੰਘ ਚੱਡਾ ਚੰਡੀਗੜ੍ਹੋਂ ਭਾਜੀ ਹੁਣੀ, ਇਹ ਮੇਰੇ ਜਿੱਦਾਂ ਇੰਦਰਜੀਤ ਸਿੰਘ ਚੱਡਾ ਜਿਹੜੇ, ਇਹਨਾਂ ਦਾ ਮੈਂ ਭਾਈ ਦਾ ਸਟਾਈਲ ਕਾਪੀ ਕਰਦਾ ਹੁੰਦਾ ਸੀਗਾ ਕਿ ਸਿਰ 'ਤੇ ਰੁਮਾਲ ਕਿੱਦਾਂ ਬੰਨ੍ਹਿਆ ਮੈਂ ਉੱਦਾਂ ਹੀ ਬੰਨਣਾ, ਰਿਸਟ-ਬੈਂਡ ਕਿੱਦਾਂ ਪਾਇਆ ਮੈਂ ਉੱਦਾਂ ਹੀ ਪਾਉਣਾ, ਕਿਹੜੇ ਸਟਾਈਲ ਨਾਲ ਖੇਲਦੇ ਆ ਉਹ ਚੀਜ਼ਾਂ। ਅਤੇ ਮੂਵੀਜ਼ ਦੇ ਵਿੱਚੋਂ ਮੈਨੂੰ ਹੁੰਦਾ ਸੀ ਜੌਨ ਇਬਰਾਹਿਮ ਦਾ। ਅਤੇ ਮੈਨੂੰ ਉਦੋਂ ਯਾਦ ਆ ਕਿ ਜੌਨ ਇਬਰਾਹਿਮ ਦੀ ਮੂਵੀ ਆਈ ਸੀ ਸਾਇਆ, ਥੀਏਟਰ 'ਚ ਦੇਖਣ ਨਹੀਂ ਜਾ ਸਕੇ, TV 'ਤੇ ਆ ਰਹੀ ਸੀਗੀ। ਅਤੇ ਮੈਂ ਉਹ ਮੂਵੀ ਦੇਖਣ ਬਹਿ ਗਿਆ ਘਰੇ, ਸਾਡੀ ਟ੍ਰੇਨਿੰਗ ਸੀਗੀ। ਅਤੇ ਹੁਣ ਮੂਵੀ ਦੇਖਦਾ ਲੇਟ ਹੋ ਗਿਆ, ਗਰਾਊਂਡ 'ਚ ਲੇਟ ਪਹੁੰਚਣਾ ਤਾਂ ਪਨਿਸ਼ਮੈਂਟ ਮਿਲਣੀ ਆ। ਬਿਲਕੁਲ। ਮੈਂ ਕੋਚ ਨੂੰ ਬਹਾਨਾ ਲਾਤਾ, ਮੈਂ ਕਿਹਾ ਵੀ ਭਾਜੀ ਮੱਝ ਲੈਣ ਗਏ ਸੀ, ਅਸੀਂ ਉਹਦੇ ਪਸ਼ੂ ਰੱਖੇ ਹੁੰਦੇ ਸੀ। ਮੈਂ ਕਿਹਾ ਜੀ ਮੱਝ ਲੈਣ ਗਏ ਸੀਗੇ ਤਾਂ ਉੱਥੇ ਲੇਟ ਹੋ ਗਿਆ। ਅਤੇ ਮੈਨੂੰ ਭਾਜੀ ਨੇ ਕਿਹਾ ਵੀ ਚੱਲ ਕੋਈ ਨਹੀਂ ਜੀ, ਉੱਥੇ ਤਾਂ ਕਹਿ ਦਿੱਤਾ। ਦੂਜੇ ਦਿਨ ਕੀ, ਹੁਣ ਡੈਡੀ ਦੇ ਫਰੈਂਡ ਸੀਗੇ, ਉਹ ਕਿਤੇ ਮਿਲ ਪਿਆ, ਉਹ ਕਹਿੰਦੇ ਯਾਰ ਜਿੱਦਾਂ ਦੋਸਤਾਂ 'ਚ ਮਜ਼ਾਕ ਚੱਲਦਾ ਹੁੰਦਾ, ਯਾਰ ਮੱਝ ਮੁੱਝ ਲਿਆਂਦੀ ਆ, ਉਹ ਮੁੰਡੇ ਨੂੰ ਦੁੱਧ ਵੀ ਪਿਲਾਇਆ ਕਰ, ਬਹੁਤ ਮਾੜਾ। ਮੈਂ ਬਹੁਤ ਪਤਲਾ ਹੁੰਦਾ ਸੀਗਾ। ਡੈਡੀ ਕਹਿੰਦੇ ਤਾਂ ਮੱਝ ਲੈ ਕੇ ਨਹੀਂ ਆਏ। ਅਗਲੇ ਦਿਨ ਮੈਂ ਗਰਾਊਂਡ ਦੇ ਵਿੱਚ ਗਿਆ ਅਤੇ ਮੈਨੂੰ ਯਾਦ ਆ ਮੇਰੇ ਡੰਡ ਪੋਜੀਸ਼ਨ ਕਰਾ ਕੇ ਹਾਕੀਆਂ ਵੀ ਪਈਆਂ, 5-6 ਪਈਆਂ ਸੀਗੀਆਂ ਪ੍ਰੋਪਰ ਡੰਡ ਪੋਜੀਸ਼ਨ ਕਰਾ ਕੇ। ਫਿਰ ਰਨਿੰਗ ਕਰਵਾਈ। ਕਹਿੰਦੇ ਅੱਗੇ ਤੋਂ ਬਹਾਨਾ ਨਹੀਂ ਲਾਉਣਾ, ਤੂੰ ਲੇਟ ਕਹਿੰਦੇ ਕਿਉਂ ਸੀਗਾ? ਮੈਂ ਇਹ ਮੂਵੀ ਦੇਖਣ ਲੱਗ ਪਿਆ ਸੀਗਾ। ਫਿਰ ਹੋਰ ਗਾਲਾਂ ਪਈਆਂ, ਤੂੰ ਹੀਰੋ ਬਣਨਾ ਆ, ਪਲੇਅਰ ਬਣਨਾ, ਇੱਦਾਂ ਦਾ। ਸੋ ਉਹਨਾਂ ਦੇ ਕੋਲ ਮੈਨੂੰ ਕੋਚਾਂ ਦੇ ਕੋਲੋਂ ਬਹੁਤ ਸਿੱਖਣ ਨੂੰ ਮਿਲਿਆ ਜੀ, ਡਿਸਿਪਲਿਨ 'ਚ ਕਿੱਦਾਂ ਰਹਿਣਾ ਜੀ। ਹਾਂਜੀ। ਅਤੇ ਹੁਣ ਜੇ ਗੱਲ ਕਰੀਏ ਮੁਸ਼ਕਿਲਾਂ ਦੀ, ਮੁਸ਼ਕਿਲਾਂ ਕਿੰਨੀਆਂ ਕੁ ਆਉਂਦੀਆਂ ਨੇ ਅਤੇ ਆਈਆਂ ਨੇ? ਦੇਖੋ ਮੁਸ਼ਕਿਲ ਬਹੁਤ ਆਉਂਦੀ, ਕਿਉਂਕਿ ਜਿਹੜੀ ਹਾਕੀ ਦੀ ਫੀਲਡ ਹੈਗੀ ਹੈ ਨਾ, ਇਹਦੇ ਵਿੱਚ ਸਿਫਾਰਿਸ਼ ਬਹੁਤ ਚੱਲਦੀ ਆ। ਕਈ ਜਗ੍ਹਾ ਤੋਂ ਮੈਂ ਸਿਫਾਰਿਸ਼ ਦੁੱਖੋਂ ਰਹਿ ਗਏ ਕਿ ਮੇਰੀ ਜਗ੍ਹਾ 'ਤੇ ਜਿਹੜੇ ਬੰਦੇ ਖੇਡੇ ਨਹੀਂ, ਉਹ ਇੰਡੀਆ ਕੈਂਪ ਲਾ ਗਏ ਜਾਂ ਉਹ ਆ ਗਏ। ਪਰ ਇੱਕ ਚੀਜ਼ ਹੈਗੀ ਹੈ ਕਿ ਔਨ ਰਿਕਾਰਡ ਆ, ਮੇਰੀਆਂ ਟਰੋਫੀਜ਼ ਪਈਆਂ ਆ, ਮੇਰੇ ਤੋਂ ਬਾਹਰਲੀਆਂ ਨਿਊਜ਼ਪੇਪਰ ਦੀ ਕਟਿੰਗਸ ਪਈਆਂ ਆ, ਇੱਕ ਉਹ ਫਰੇਮ ਕਰਕੇ ਵੀ ਲਾਈ ਹੋਈ ਆ। ਸਿਫਾਰਿਸ਼ ਤੁਹਾਨੂੰ ਟੀਮ 'ਚ ਲਿਆ ਸਕਦੀ ਆ, ਪਰ ਪਰਫੋਰਮੈਂਸ ਦੇਣ ਲਈ ਤੁਹਾਡੇ ਪੇਰੈਂਟਸ ਕੰਮ ਨਹੀਂ ਆਉਂਦੇ। ਬਿਲਕੁਲ। ਜਿੱਥੇ ਤੁਹਾਡੀ ਮਿਹਨਤ ਨੇ ਬੋਲਣਾ ਆ, ਉੱਥੇ ਸਿਫਾਰਿਸ਼ ਨੇ ਨਹੀਂ ਬੋਲਣਾ। ਸਿਫਾਰਿਸ਼ ਨਾਲ ਤੁਸੀਂ ਟੀਮ 'ਚ ਆ ਸਕਦੇ ਹੋ, ਉਹਦਾ ਕੋਈ ਫਾਇਦਾ ਨਹੀਂ। ਤੁਸੀਂ 18 ਦੇ ਵਿੱਚ ਆ ਕੇ ਤੁਸੀਂ ਮੈਡਲ ਲੈ ਆਓ, ਪਰ ਤੁਸੀਂ ਜੇ 16 ਦੇ ਵਿੱਚ ਆ ਕੇ ਜਾਂ ਤੁਸੀਂ ਪਲੇਇੰਗ 11 ਦੇ ਵਿੱਚ ਆ ਕੇ ਨਹੀਂ ਤੁਸੀਂ ਖੇਡੇ, ਤਾਂ ਤੁਸੀਂ ਕਿਸੇ ਕੰਮ ਦੇ ਖੇਡੇ ਨਹੀਂ ਜੀ। ਕਿਉਂਕਿ ਹੁਣ ਕਈ ਬੰਦੇ ਮੈਂ ਕਿਸੇ ਟਾਰਗੇਟ ਨਹੀਂ ਕਰਦਾ, ਪਰ ਬਹੁਤ ਬੰਦੇ ਜੀ ਸਾਡੇ ਕੋਲ 5 ਟੂਰ ਆ ਇੰਡੀਆ ਟੀਮ ਦੇ, ਸਾਡੀ ਕੋਲ 6 ਆ, ਪਰ ਉਹ ਕਦੀ ਡੋਮੈਸਟਿਕ ਹਾਕੀ ਪਲੇਇੰਗ ਨਹੀਂ ਖੇਲ ਪਾ ਰਿਹਾ। ਕਿਉਂਕਿ ਡੋਮੈਸਟਿਕ ਹਾਕੀ ਦੇ ਰਿਜ਼ਲਟ ਗਰਾਊਂਡ 'ਚ ਤੁਹਾਡੀ ਮਿਹਨਤ ਨੇ ਬੋਲਣਾ, ਤੁਸੀਂ ਮਿਹਨਤ ਕਿੰਨੀ ਕੀਤੀ ਹੈ ਜੀ। ਬਿਲਕੁਲ। ਅਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਡਾਈਟ ਦੀ ਔਰ ਪ੍ਰੈਕਟਿਸ ਦੀ, ਡਾਈਟ ਕਿਹੜੀ ਲੈਣੀ ਪੈਂਦੀ, ਕਿੰਨੀ ਜ਼ਰੂਰੀ ਹੁੰਦੀ, ਅਤੇ ਪ੍ਰੈਕਟਿਸ ਜਿਹੜੀ ਆ ਉਹ ਕਿੰਨੀ ਕਰਨੀ ਪੈਂਦੀ ਆ? ਦਿਨ ਰਾਤ ਕਰਨੀ ਪੈਂਦੀ ਆ, ਦੁਪਹਿਰ ਨੂੰ ਕਰਨੀ ਪੈਂਦੀ ਹੈ? ਇਹਦੇ ਬਾਰੇ ਮੈਨੂੰ ਲੱਗਦਾ ਕਿ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਕਿ ਹਾਕੀ ਦੀ ਜਿਹੜੀ ਪ੍ਰੈਕਟਿਸ ਹੈ ਉਹ ਕਿਵੇਂ ਹੁੰਦੀ ਹੈ। ਹਾਂਜੀ, ਇਹਦੇ ਵਿੱਚ ਨਾ ਮੈਨੂੰ ਮੇਰੇ ਦਾਦਾ ਜੀ ਨੇ ਕਿਹਾ ਸੀਗਾ ਕਿ ਪੁੱਤ ਜੇ ਬਾਕੀਆਂ ਜਿੰਨੀ ਪ੍ਰੈਕਟਿਸ ਕਰੇਗਾ ਤਾਂ ਬਾਕੀਆਂ ਜਿੰਨਾ ਇੰਪਰੂਵ ਕਰੇਗਾ, ਜੇ ਉਹਨਾਂ ਨੂੰ ਅੱਗੇ ਨਿਕਲਣਾ ਤਾਂ ਤੈਨੂੰ ਐਕਸਟਰਾ ਕਰਨੀ ਪੈਣੀ ਆ। ਸੋ ਉਹਦੇ ਲਈ ਮੈਂ 1 ਘੰਟਾ ਸਵੇਰੇ ਆਪਣੀ ਕਾਲਜ ਟ੍ਰੇਨਿੰਗ ਤੋਂ ਪਹਿਲਾਂ 1 ਘੰਟਾ ਪਿੰਡ ਦੀ ਗਰਾਊਂਡ 'ਚ ਲਾਉਂਦਾ ਹੁੰਦਾ ਸੀਗਾ। ਅਤੇ ਮੈਂ ਅਤੇ ਮੇਰਾ ਇੱਕ ਫਰੈਂਡ ਸੀਗਾ ਮੁੰਡਾ, ਸਾਡੇ ਪਿੰਡ ਤੋਂ ਹੀ ਆ, ਵਿੱਕੀ, ਅਸੀਂ ਦੋਨੋਂ ਇੱਕ ਦੂਜੇ ਤੋਂ ਚੋਰੀ ਪ੍ਰੈਕਟਿਸ ਕਰ ਦਿੰਦੇ ਸੀ। ਇਸ ਤਰ੍ਹਾਂ ਕਿਉਂ? ਕਿ ਹੁੰਦਾ ਕਿ ਕਾਲਜ ਅਸੀਂ ਇਕੱਠੇ ਨਾ ਕਰਨੀ ਆ, ਪਰ ਜਿਹੜੀ ਐਕਸਟਰਾ ਹੁੰਦੀ ਨਾ, ਮੋਸਟਲੀ ਪਲੇਅਰ ਇਹ ਲੁੱਕ ਕੇ ਕਰਦੇ ਆ ਵੀ ਅਸੀਂ ਐਕਸਟਰਾ ਕੀ ਕਰ ਰਹੇ, ਕਿਸੇ ਨੂੰ ਪਤਾ ਲੱਗੇ, ਕਿਉਂਕਿ ਕੰਪੀਟੀਸ਼ਨ ਬਹੁਤ ਆ। ਬਿਲਕੁਲ। ਅਤੇ ਮੈਨੂੰ ਯਾਦ ਹੈ ਇੱਕ ਦਿਨ ਧੁੰਦ ਪਈ ਹੋਈ ਸੀ ਕਿ ਸਾਡੇ ਪਿੰਡ ਦੇ ਸਟੇਡੀਅਮ ਦੇ ਵਿੱਚ ਅਸੀਂ ਦੋਨੋਂ ਸੇਮ ਟਾਈਮ 'ਤੇ ਐਂਟਰ ਕੀਤਾ ਹੁੰਦਾ ਸੀ। ਕਈ ਵਾਰੀ ਉਹ ਕਰਦਾ ਹੁੰਦਾ ਸੀਗਾ ਤਾਂ ਮੈਂ ਰਨਿੰਗ ਕਰ ਨਿਕਲ ਜਾਂਦਾ ਸੀ ਕਿ ਗਰਾਊਂਡ 'ਚ ਨਹੀਂ ਜਾਣਾ, ਉਹ ਟ੍ਰੇਨਿੰਗ ਕਰਦਾ, ਉਹਨੂੰ ਕਰਨ ਦਿਓ, ਮੈਂ ਉਹਨੂੰ ਦੱਸਾਂ ਨਾ ਕਿ ਮੈਂ ਕੀ ਕਰਦਾ। ਉਹਨੂੰ ਹੀ ਹੁੰਦਾ ਸੀਗਾ ਵੀ ਜੇ ਮੈਂ ਕਰਦਾ ਉਹ ਰਨਿੰਗ ਕਰਨ ਚਲ ਜਾਂਦਾ ਹੁੰਦਾ ਸੀਗਾ। ਇੱਕ ਦਿਨ ਸੇਮ ਟਾਈਮ 'ਤੇ ਐਂਟਰ ਕੀਤੇ, ਦੋਨੋਂ ਹੱਸਣ ਲੱਗ ਪਿਆ ਅਤੇ ਮੈਨੂੰ ਕਹਿੰਦਾ ਕੀ ਹੋਇਆ? ਅਤੇ ਮੈਂ ਕਿਹਾ ਯਾਰ ਅੱਜ ਫਿਰ ਇਕੱਠੇ ਕਰ ਲੈਂਦੇ ਆ। ਕਹਿੰਦੇ ਹੁਣ ਇਕੱਠੇ ਹੀ ਕਰਿਆ ਕਰਾਂਗੇ, ਪਤਾ ਤਾਂ ਹੈ ਵੀ ਤੂੰ ਵੀ ਕਰਦਾ ਮੈਂ ਵੀ ਕਰਦਾ। ਪਰ ਜਿਹੜੀ ਉਸ ਤੋਂ ਬਾਅਦ ਸਾਡੀ ਦੋਨਾਂ ਦੀ ਗੇਮ ਇੰਪਰੂਵ ਹੋਈ, ਉਹ ਜ਼ਿਆਦਾ ਹੋਈ ਜੀ, ਕਿਉਂਕਿ ਅਸੀਂ ਇੱਕ ਦੂਜੇ ਦੀਆਂ ਗਲਤੀਆਂ ਦੱਸਣ ਲੱਗ ਪਿਆ ਸੀ। ਇਸ ਵੇਲੇ ਆਸਟ੍ਰੇਲੀਆ ਆ। ਹਾਂਜੀ।
ਤੇ ਇਸ ਤੋਂ ਇਲਾਵਾ ਹੁਣ ਡਾਈਟ ਦੀ ਗੱਲ ਕਰੀਏ, ਡਾਈਟ ਕਿੰਨੀ ਕੁ ਜ਼ਰੂਰੀ ਹਾਕੀ ਦੇ ਵਿੱਚ? ਤੇ ਇੱਕ ਮੇਰਾ ਪਰਸਨਲ ਸਵਾਲ ਹੈ, ਕਿਉਂਕਿ ਜਿੱਦਾਂ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ, ਬੋਡੀ ਕੈਮ ਹੈ ਨਾ, ਬਣਾਈ ਆ ਲੰਬੇ ਉੱਚੇ ਹੋ, ਤੇ ਹਾਕੀ ਲਈ ਦੁਗਲਾ ਪਤਲਾ ਸਰੀਰ ਵੀ ਸਹੀ ਹੁੰਦਾ ਹੈ, ਜਾਂ ਬੋਡੀ ਬਣਾ ਕੇ ਵੀ ਪੂਰਾ ਫਿੱਟ ਹੋ ਕੇ ਵੀ ਤੁਸੀਂ ਖੇਡ ਸਕਦੇ ਹੋ? ਕਿਉਂਕਿ ਲਚਕ ਜਿਹੜੀ ਬਹੁਤ ਜ਼ਰੂਰੀ ਆ। ਹਾਂਜੀ, ਬੋਡੀ ਬਣਾ ਕੇ ਵੀ ਖੇਡ ਸਕਦੇ ਹੋ, ਕਿਉਂਕਿ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੋਡੀ ਵੀ ਉੱਥੇ ਕਿਤੇ ਤੁਹਾਨੂੰ ਜਾਂ ਤੁਸੀਂ ਸਾਈਡ ਨੂੰ ਹੋਣਾ ਜਾਂ ਦੌੜਨਾ ਆ, ਕਿਤੇ ਨਾ ਕਿਤੇ ਉਹ ਮੈਟਰ ਚੀਜ਼ ਕਰਦੀ ਆ। ਹਾਂਜੀ, ਨਹੀਂ ਲਚਕ ਨਾਲ ਵੀ ਖੇਡ ਸਕਦੇ ਹਾਂ ਜੀ। ਪੁਰਾਣੇ ਪਲੇਅਰ ਲਚਕ ਨਾਲ ਖੇਡਦੇ ਸੀ, ਪਰ ਅੱਜ ਕੱਲ੍ਹ ਜੇ ਅਸੀਂ ਇੰਟਰਨੈਸ਼ਨਲ ਹਾਕੀ ਦੇ ਲੈਵਲ 'ਤੇ ਦੇਖਦੇ ਹਾਂ, ਕਿਉਂਕਿ ਮੈਂ 2006 ਤੋਂ ਜ਼ਿਆਦਾ ਟਾਈਮ ਜੇ ਤੁਸੀਂ ਮੇਰਾ ਦੇਖੋ, ਇੰਡੀਆ ਨਾਲੋਂ ਮੈਂ ਜ਼ਿਆਦਾ ਬਾਹਰ ਖੇਲਿਆ ਆ। ਸਾਡੇ ਹੁਣ ਵੀ ਮੁੰਡੇ ਜਿਮ ਵਗੈਰਾ ਕਰ ਰਹੇ, ਬੋਡੀ ਬਣਾ ਰਹੇ ਆ, ਕਿਉਂਕਿ ਜੇ ਅਸੀਂ ਆਸਟ੍ਰੇਲੀਅਨ ਜਾਂ ਇੰਗਲੈਂਡ ਵਾਲੇ ਪਲੇਅਰ ਆ, ਇਹਨਾਂ ਨੂੰ ਬੀਟ ਕਰਨਾ ਆ, ਤਾਂ ਸਾਡੀ ਬੋਡੀ ਜਾਣ ਹੋਣੀ ਜ਼ਰੂਰੀ ਹੈ, ਕਿਉਂਕਿ ਹੁਣ ਬੋਡੀ ਪਲੇ ਵਿੱਚ ਚੱਲਦਾ ਹੈ। ਮੇਰਾ ਸਵਾਲ ਇਹ ਸੀਗਾ ਕਿ ਸਰੀਰ ਤੁਹਾਡਾ ਥੋੜ੍ਹਾ ਹੈਵੀ ਆ, ਅਤੇ ਦੌੜਨ ਦੇ ਵਿੱਚ ਪ੍ਰੋਬਲਮ ਜਾਂ ਸਾਹ ਜ਼ਿਆਦਾ ਚੜ੍ਹਨਾ ਹੋਵੇ, ਕਿਉਂਕਿ ਉੱਪਰਲਾ ਸਰੀਰ ਥੋੜ੍ਹਾ ਭਾਰਾ ਹੈ, ਲੱਤਾਂ ਦੇ ਵਿੱਚ ਜਾਨ ਤਾਂ ਚਲੋ ਚਾਹੀਦੀ ਆ, ਪ੍ਰੋਬਲਮ ਤਾਂ ਨਹੀਂ ਕੋਈ ਆਉਂਦੀ? ਨਹੀਂ, ਇਹ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਇਹ ਤਾਂ ਕਿਉਂਕਿ ਤੁਹਾਡੀ ਬੋਡੀ ਸਟਰੈਂਥ ਹੁੰਦੀ, ਅਸੀਂ ਸਿਰਫ ਇਕੱਲੇ ਥਾਈਜ਼ ਦੇ ਵੇਟ 'ਤੇ ਨਹੀਂ ਭੱਜਦੇ। ਮੈਂ ਇੱਕ ਚੀਜ਼ ਦੱਸੂੰਗਾ ਕਿ ਮੈਂ ਇੰਗਲੈਂਡ ਤੋਂ ਸਰਟੀਫਾਈਡ ਟ੍ਰੇਨਰ ਹਾਂ, ਫਿਟਨੈਸ ਟ੍ਰੇਨਰ ਜੀ। ਸਾਡੀ ਅਪਰ ਬੋਡੀ ਜਾਨ ਵੀ ਹੋਊਗੀ ਤਾਂ ਅਸੀਂ ਆਪਣਾ ਸਪ੍ਰਿੰਟ ਫਾਸਟ ਕਰ ਸਕਦੇ ਹਾਂ। ਤੁਸੀਂ ਦੇਖਣਾ ਜਿਹੜੇ 100 ਮੀਟਰ ਦੇ ਐਥਲੀਟਸ ਆ, ਬੋਡੀ ਬਣੀ ਹੁੰਦੀ ਹੈ। ਸੋ ਲਚਕ ਵਾਲੀ ਗੱਲ ਗਰਾਸ 'ਤੇ ਕੰਮ ਆਉਂਦੀ ਹੁੰਦੀ ਸੀ, ਐਸਟ੍ਰੋਟਰਫੀ ਸਾਡੀ ਬੋਡੀ 'ਚ ਜਾਨ ਚਾਹੀਦੀ ਆ ਜੀ। ਅਤੇ ਰਹੀ ਡਾਈਟ ਦੀ ਗੱਲ, ਅਤੇ ਮੈਨੂੰ ਲੱਗਦਾ ਨਹੀਂ ਕਿ ਜਿੰਨਾ ਚਿਰ ਮੈਂ ਇੰਡੀਆ 'ਚ ਰਹਿ ਕੇ ਖੇਡਿਆ ਆ, ਮੇਰੇ ਘਰਦਿਆਂ ਨੇ ਕਦੀ ਮੈਨੂੰ ਗਲਾਸ 'ਚ ਦੁੱਧ ਦਿੱਤਾ ਆ। ਅੱਛਾ। ਪਤੀਲਾ ਦੁੱਧ ਦਾ ਭਰ ਕੇ 200 ਬਣਾ ਕੇ ਰੱਖਿਆ ਹੁੰਦਾ ਸੀਗਾ, ਅਤੇ ਉਹਨੂੰ ਮੂੰਹ ਲਾਉਣਾ ਆ, ਪੀਣਾ ਆ। ਜੇ ਤਾਂ ਸਿੱਧੀ ਗੱਲ ਹੁੰਦੀ ਸੀ ਮੰਮੀ ਹੋਣਾ ਦੀ ਕਿ ਰਾਤ ਤੱਕ ਪਤੀਲਾ ਦੁੱਧ ਦਾ ਮੰਗਾ ਦੇਗਾ ਅਤੇ ਫਿਰ ਚੁੱਪ ਕਰਕੇ ਸੌਂ ਸਕਦਾ, ਨਹੀਂ ਫਿਰ ਤੈਨੂੰ ਪੜ੍ਹਨ ਬਹਿਣਾ ਪੈਣਾ। ਮਤਲਬ ਪੜ੍ਹਾਈ ਤੋਂ ਡਰਦੇ ਦੁੱਧ ਪੀਂਦੇ ਸੀਗੇ ਜਾਂ ਡਾਈਟ ਲੈਣ ਨੂੰ? ਨਹੀਂ, ਮੈਂ ਪਹਿਲਾਂ ਤਾਂ ਪੜ੍ਹਾਈ ਤੋਂ ਡਰ ਦੁੱਧ ਪੀਂਦਾ ਹੁੰਦਾ ਸੀਗਾ ਜੀ। ਜਦੋਂ ਫਿਰ ਮਤਲਬ ਬੋਡੀ ਥੋੜ੍ਹੀ ਬਣਨੀ ਸ਼ੁਰੂ ਹੋਈ, ਫਿਰ ਪਤਾ ਲੱਗਿਆ ਕਿ ਡਾਈਟ ਮਹੱਤਵ ਕੀ ਹੈ। ਡਾਈਟ 'ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਕਿ ਸਾਡੇ ਲੋਕਾਂ ਦੇ ਵਿੱਚ ਸਿਰਫ ਇਹ ਚੀਜ਼ ਆ ਕਿ ਅਸੀਂ ਬੋਇਲਡ ਵੈਜੀਟੇਬਲਸ ਹੀ ਖਾਣੇ ਆ ਜਾਂ ਬੋਇਲਡ ਚਿਕਨ ਖਾਣਾ ਆ ਜੀ। ਮੈਂ ਇੱਕ ਚੀਜ਼ ਕਹਿੰਦਾ ਕਿ ਰੱਬ ਤੋਂ ਵੱਡਾ ਡਾਕਟਰ ਕੋਈ ਨਹੀਂ ਕਰਨਾ, ਉਹ ਤੋਂ ਵੱਡਾ ਡਾਈਟੀਸ਼ੀਅਨ ਆ ਕੋਈ। ਜੇ ਸਰੋਂ ਦਾ ਸਾਗ ਪੰਜਾਬ 'ਚ ਪੈਦਾ ਹੁੰਦਾ ਨਾ, ਤਾਂ ਪੰਜਾਬੀਆਂ ਲਈ ਬਣਿਆ ਜੀ। ਆਪਾਂ ਕਦੀ ਸੁਣਿਆ ਨਹੀਂ ਕਿ ਵੀ ਅਮਰੀਕਾ ਦੇ ਵਿੱਚ ਸਾਗ ਹੋਇਆ ਵੀ ਉੱਥੇ ਦੇ ਲੋਕੀ ਗੋਰੇ ਸਾਗ ਖਾ ਰਹੇ ਆ ਜੀ। ਤੁਸੀਂ ਜਿਹੜੀ ਕੰਟਰੀ 'ਚ ਹੈਗੇ ਉਹ ਕੰਟਰੀ ਫੂਡ ਖਾਓ। ਸਾਨੂੰ ਮਸਾਲੇ ਵੀ ਜ਼ਰੂਰੀ ਆ, ਕਿਉਂਕਿ ਸਾਡੇ ਮੁਲਕ 'ਚ ਬਣਦੇ ਆ, ਕਿਉਂਕਿ ਸਾਡੇ ਹਵਾ ਪਾਣੀ ਉੱਦਾਂ ਦਾ ਆ ਜੀ। ਅਤੇ ਜ਼ਰੂਰੀ ਨਹੀਂ ਕਿ ਤੁਸੀਂ ਚਿਕਨ ਹੀ ਖਾਣਾ ਆ, ਤੁਸੀਂ ਵੈਜੀਟੇਬਲਸ ਦੇ ਨਾਲ ਵੀ ਬੋਡੀ ਵਧੀਆ ਬਣਾ ਸਕਦੇ ਹੋ। ਤੁਸੀਂ ਦੁੱਧ ਖਾ ਸਕਦੇ ਹੋ, ਪਨੀਰ ਖਾ ਸਕਦੇ ਹੋ, ਕੁਦਰਤੀ ਚੀਜ਼ਾਂ 'ਚ ਵੀ ਜ਼ਿਆਦਾ ਖਾਓ, ਦਾਲਾਂ ਖਾਓ, ਸਾਬਤ ਦਾਲਾਂ। ਕਿਉਂਕਿ ਸਾਡੇ ਲੋਕਾਂ ਦੇ ਵਿੱਚ ਇੱਕ ਚੀਜ਼ ਲੱਗਦਾ ਕਿ ਜਦ ਤੱਕ ਸਾਨੂੰ ਜਿਹੜਾ ਡਾਈਟੀਸ਼ੀਅਨ ਆ ਉਹ ਔਖੀ ਡਾਈਟ ਨਾ ਦੱਸੇ, ਉਨਾ ਚਿਰ ਅਸੀਂ ਉਹ ਡਾਈਟ ਨਹੀਂ ਖਾਣੀ। ਮੋਸਟਲੀ ਮੈਂ ਦੇਖਿਆ ਮੇਰੇ ਵੀ ਕਈ ਜੂਨੀਅਰਸ ਹੈਗੇ ਆ, ਭਾਜੀ ਅਸੀਂ ਬਰੋਕਲੀ ਖਾਂਦੇ ਹਾਂ, ਬਰੋਕਲੀ ਮੈਨਮੇਡ ਆ। ਜੇ ਅਸੀਂ ਗੋਭੀ ਖਾਂਦੇ ਹਾਂ, ਸਾਨੂੰ ਤਾਂ ਜ਼ਿਆਦਾ ਫਾਇਦਾ। ਅੱਛਾ, ਬਰੋਕਲੀ ਮੈਨੂੰ ਅੱਜ ਪਤਾ ਲੱਗਾ ਕਿ ਮੈਨਮੇਡ ਹੈ। ਹਾਂਜੀ, ਅਤੇ ਗੋਭੀ ਜੇ ਖਾਂਦੇ ਆ ਉਹਦਾ ਸਾਨੂੰ ਜ਼ਿਆਦਾ ਫਾਇਦਾ। ਆਲਮੋਸਟ ਚੀਜ਼ਾਂ ਸਭ ਕੁਛ ਸੇਮ ਹੈ ਉਹਦੇ ਵਿੱਚ। ਸਾਡੇ ਕਈ ਮੁੰਡੇ ਹੈਗੇ ਜੀ, ਉਹ ਪੀਨਟ ਬਟਰ ਲਿਆ ਕੇ ਖਾਣਗੇ, ਬਿਲਕੁਲ ਠੀਕ ਹੈ ਜੀ। ਉਹ ਮੇਰੇ ਖਿਆਲ 250 ਰੁਪਏ ਦੀ ਡੱਬੀ ਆਉਂਦੀ ਆ, ਉਹ ਤੋਂ ਹਫ਼ਤਾ ਵੀ ਨਹੀਂ ਚੱਲਦੀ। ਅਤੇ ਜੇ ਤੁਸੀਂ ਉਹ 250 ਦੇ ਮੂੰਗਫਲੀ ਲਿਆ ਕੇ ਖਾ ਲਓ, ਉਹ ਨਹੀਂ ਆਪਾਂ ਖਾਣੀ, ਕਿਉਂਕਿ ਉਹ ਦੇਸੀ ਆ, ਖੁਰਾਕਾਂ ਦੇਸੀ ਵਧੀਆ ਆ। ਅੱਜ ਕੱਲ੍ਹ ਗੰਨੇ ਦਾ ਰਸ ਨਹੀਂ ਪੀਂਦੇ, ਆਖੇ ਜੀ ਅਸੀਂ ਰੀਅਲ ਦਾ ਫਰੂਟ ਜੂਸ ਪੀਣਾ। ਹਾਂ, ਇੱਕ ਰੀਅਲ ਦਾ ਵੀ ਹੈ, ਅਤੇ ਅੱਜ ਕੱਲ੍ਹ ਇੱਕ ਉਹ ਵੀ ਚੀਜ਼ ਆਈ ਆ ਕਿ ਕੈਨ ਹੋ ਗਿਆ, ਐਨਰਜੀ ਡਰਿੰਕ ਜਿਹੜੀਆਂ ਬਹੁਤ ਜ਼ਿਆਦਾ ਹੋ ਗਈਆਂ, ਇਹ ਕਿਤੇ ਨਾ ਕਿਤੇ ਬੋਡੀ ਨੂੰ ਖਰਾਬ ਕਰਦੀਆਂ ਨੇ। ਹਾਂਜੀ, ਐਡਿਕਟਡ ਹੋ ਜਾਂਦੇ ਤੁਸੀਂ ਇਸ ਚੀਜ਼ ਦੇ ਜੀ। ਹੁਣ ਕਈ ਇੱਥੇ ਐਨਰਜੀ ਡਰਿੰਕ ਆਉਂਦੇ ਮੁੰਡੇ ਜਿਮ ਦੇ ਵਿੱਚ, ਐਨਰਜੀ ਡਰਿੰਕ ਲੈ ਕੇ ਵਰਕਆਊਟ ਕਰਦੇ ਆ, ਉਹਦਾ ਕੋਈ ਫਾਇਦਾ ਨਹੀਂ। ਜੇ ਤੁਸੀਂ ਆਪਣੇ 24-25 ਸਾਲ ਦੀ ਉਮਰ ਦੇ ਵਿੱਚ ਹੀ ਐਨਰਜੀ ਡਰਿੰਕ ਲੈਣ ਲੱਗ ਪਏ ਆ, ਜਾਂ ਤੁਸੀਂ ਪ੍ਰੀ ਵਰਕਆਊਟ ਲੈਣ ਲੱਗ ਪਏ ਆ, ਫਿਰ ਤੁਹਾਡੀ ਜਵਾਨੀ ਖਤਮ ਆ, ਫਿਰ ਤੁਸੀਂ ਬੁਢਾਪੇ 'ਚ ਆ ਗਏ ਆ ਜੀ। ਜੇ ਬਜ਼ੁਰਗਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 33 ਸਾਲ ਦੀ ਉਮਰ 'ਚ ਬੰਦਾ ਜਵਾਨ ਹੁੰਦਾ। ਬਿਲਕੁਲ, ਸਾਡੇ ਕਹਿ ਦਿੰਦੇ ਜੀ 30 ਸਾਲ ਦੀ ਉਮਰ ਹੋ ਗਈ, ਅਸੀਂ ਰਿਟਾਇਰਮੈਂਟ ਲੈ ਲਈਏ। 33 ਸਾਲ ਦੀ ਉਮਰ ਦੇ ਵਿੱਚ ਬੰਦਾ ਜਵਾਨ ਹੁੰਦਾ। ਅਤੇ ਤੁਸੀਂ ਆਪਣੀ ਖੁਰਾਕ ਸਹੀ ਰੱਖੋ, ਦੇਸੀ ਖੁਰਾਕਾਂ ਖਾਓ। ਬੱਚੇ ਦੁੱਧ ਨਹੀਂ ਪੀਂਦੇ ਜੀ, ਦੁੱਧ ਹਜਮ ਨਹੀਂ ਹੁੰਦਾ। ਜੇ ਉਹ ਆਲੂ ਦੀ ਸਬਜ਼ੀ ਖਾ ਲੈਂਦੀ, ਬਾਏ ਹੋ ਜਾਂਦੀ ਆ, ਕੇਲਿਆਂ ਨਾਲ ਰੇਸ਼ਾ ਹੋ ਜਾਂਦੀ ਆ। ਸਹੀ ਗੱਲ ਹੈ। ਕਿਤੇ ਨਾ ਕਿਤੇ ਅਸੀਂ ਆਪਣੀ ਬੋਡੀ ਨੂੰ ਜ਼ਿਆਦਾ ਸੌਫਟ ਬਣਾ ਰਹੇ ਹਾਂ। ਬਿਲਕੁਲ, ਇਹਦੇ ਵਿੱਚ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਦੇ ਸਕਦੇ, ਸਾਡੀ ਆਪਣੀ ਗਲਤੀ ਆ। ਸਾਨੂੰ ਦੇਸੀ ਖੁਰਾਕਾਂ ਜ਼ਿਆਦਾ ਖਾਣੀਆਂ ਚਾਹੀਦੀਆਂ ਜੀ। ਬਾਈ ਜੀ, ਜਿਹੜੀਆਂ ਗੱਲਾਂ ਬਾਤਾਂ ਹਾਕੀ ਦੀਆਂ ਬਹੁਤ ਸਾਰੀਆਂ ਕੀਤੀਆਂ, ਬਹੁਤ ਸਾਰੀ ਜਿਹੜੀ ਸਿੱਖਿਆ ਕਹਿ ਲਓ ਕਿ ਤੁਹਾਡੇ ਕੋਲ ਮਿਲੀ ਆ ਕਿ ਜਿਹੜੀ ਡਾਈਟ ਆ ਚਾਹੀਦੀ ਆ, ਪ੍ਰੈਕਟਿਸ ਕਿਵੇਂ ਕਰਨੀ ਚਾਹੀਦੀ ਆ, ਜਾਂ ਕਿੰਨੀ ਮਿਹਨਤ ਚਾਹੀਦੀ ਹਾਕੀ ਦੇ ਵਿੱਚ। ਹੁਣ ਗੱਲ ਕਰੀਏ ਤੁਹਾਡੇ ਪਰਿਵਾਰ ਦੀ। ਤੁਹਾਡੇ ਪਰਿਵਾਰ ਦੇ ਵਿੱਚ 4 ਗੋਲਡ ਮੈਡਲ ਜਿਹੜੇ ਆਏ ਹੋਏ ਨੇ, ਤਾਇਆ ਜੀ ਵੱਲੋਂ ਵੀ, ਚਾਚਾ ਜੀ ਵੱਲੋਂ ਵੀ, ਤੁਹਾਡੇ ਵੱਲੋਂ ਵੀ। ਇਹਨਾਂ ਬਾਰੇ ਦੱਸੋ ਕਿ ਪਹਿਲਾਂ ਤਾਇਆ ਜੀ ਦੀ ਗੱਲ ਕਰਦੇ ਹਾਂ ਕਿ ਤਾਇਆ ਜੀ ਕਿਹੜੇ ਸੰਨ ਦੇ ਵਿੱਚ ਲੈ ਕੇ ਆਏ ਸੀ, ਫਿਰ ਚਾਚਾ ਜੀ ਦੀ ਗੱਲ ਕਰਾਂਗੇ, ਫਿਰ ਤੁਹਾਡੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਇਆ ਜੀ ਦਾ ਦੱਸੋ। ਤਾਇਆ ਜੀ ਹੁਣੀ ਸੰਨ 71 ਦੇ ਵਿੱਚ ਵਰਲਡ ਕੱਪ ਦੇ ਵਿੱਚ ਗੋਲਡ ਮੈਡਲ ਲੈ ਕੇ ਆਏ ਸੀਗੇ। ਉਹ ਇਸ ਵੇਲੇ ਇੰਗਲੈਂਡ ਆ ਜੀ। ਅਤੇ ਚਾਚਾ ਜੀ ਹੁਣੀ 80 ਦੇ ਵਿੱਚ ਓਲੰਪਿਕ 'ਚ ਗੋਲਡ ਮੈਡਲ ਉਹਨਾਂ ਦਾ ਜੀ, ਉਹ ਕੈਨੇਡਾ ਚਲੇ ਮੂਵ ਕਰ ਗਏ ਸੀਗੇ ਜੀ।
ਤੇ ਡੈਡੀ ਹੁਣੀ ਮਾਸਟਰ ਦੇ ਵਿੱਚ ਲੈ ਕੇ ਆਏ ਸੀਗੇ ਪਰਥ ਓਲੰਪਿਕ 골ਡ ਮੈਡਲ ਮਾਸਟਰ ਦੇ ਵਿੱਚ ਵੈਟਰਨ ਦੇ ਵਿੱਚ ਹੁੰਦਾ ਇਹ ਜੀ ਤੇ ਮੇਰੇ ਕੋਲ 4 ਨੇਸ਼ਨ ਦਾ 골ਡ ਮੈਡਲ ਹੈ ਜੀ। ਤੇ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾਂਦੇ ਹੋ ਹੁਣ ਵੀ ਖੇਡਣ, ਤੇ ਕਿਵੇਂ ਦਾ ਲੱਗਦਾ, ਕਿਵੇਂ ਦਾ ਮਹਿਸੂਸ ਹੁੰਦਾ? ਕਦੀ ਇਸ ਤਰ੍ਹਾਂ ਹੋਇਆ ਕਿ ਤੁਹਾਡਾ ਬਾਹਰ ਕਿਸੇ ਇੰਗਲੈਂਡ ਦੇ ਵਿੱਚ ਜਾਂ ਕਿਤੇ ਹੋਰ ਦੇਸ਼ ਦੇ ਵਿੱਚ ਤੁਹਾਡਾ ਮੁਕਾਬਲਾ ਹੈ ਤੇ ਤੁਹਾਡੇ ਘਰ ਦੇ ਵੀ ਦੇਖਣ ਆਏ ਹੋ? ਹਾਂਜੀ, ਮੰਮੀ ਹੁਣੀ ਤਾਂ ਇੰਗਲੈਂਡ ਵੀ ਆਏ ਹੋਏ ਆ, ਡੈਡੀ ਹੁਣੀ ਵੀ ਮੇਰੇ ਮੈਚਸ ਦੇਖਣ ਆਏ ਹੋਏ ਆ। ਪਰ ਮੇਰੇ ਲਈ ਸਰਪ੍ਰਾਈਜ਼ ਸੀਗਾ, ਮੈਂ ਇਟਲੀ ਖੇਲਦਾ ਸੀਗਾ ਤੇ ਮੇਰੀ ਸਿਸਟਰਸ ਤੇ ਮੰਮੀ ਹੁਣੀ ਮੈਨੂੰ ਸਰਪ੍ਰਾਈਜ਼ ਦੇਣ ਉੱਥੇ ਮੇਰੇ ਮੈਚ ਦੇਖਣ ਆਏ ਸੀ ਇਹ। ਜੀ।